ਮਨੁੱਖਾ ਸਫਲਾ ਬਣਾ ਲੈ ਤੂੰ ਜੀਬਾਂ ਨਾਲ ਦੱਸ ਵਾਹਿਗੁਰੂ ਦਾ ਗਾ ਲੈ ਤੂੰ ਜਨਮ ਮਨੁੱਖਾ ਸਫਲਾ ਬਣਾ ਲੈ ਤੂੰ ਜੀਬਾਂ ਨਾਲ ਦੱਸ ਵਾਹਿਗੁਰੂ ਦਾ ਗਾ ਲੈ ਤੂੰ ਹੱਥਾਂ ਨਾਲ ਸੇਵਾ ਤੂੰ ਕਮਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਬਾਣੀ ਸਭੇ ਕਰੇਗੀ ਮੁਰਾਦਾਂ ਪੂਰੀਆਂ ਬਾਣੀ ਸਭੇ ਕਰੇਗੀ ਮੁਰਾਦਾਂ ਪੂਰੀਆਂ ਜੋ ਵੀ ਚਾਹੇ ਗੁਰੂ ਦਰੋਂ ਪਾਲੇ ਬੰਦਿਆਂ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਦਿੰਦਾ ਆਤਮਿਕ ਸੁੱਖ ਹੈ ਸੇਵਾ ਨਾਲ ਮੁੱਕ ਜਾਂਦਾ ਸਭੇ ਦੁੱਖ ਹੈ ਸਿਮਰਨ ਦਿੰਦਾ ਆਤਮਿਕ ਸੁੱਖ ਹੈ ਸੇਵਾ ਨਾਲ ਮੁੱਕ ਜਾਂਦਾ ਸਭੇ ਦੁੱਖ ਹੈ ਬੜੀ ਗੁਰਬਾਣੀ ਤੈਨੂੰ ਪਤਾ ਲੱਗ ਜਾਊ ਤੈਨੂੰ ਪਤਾ ਲੱਗ ਜਾਊ ਸੇਵਾ ਕਰ ਸੁੱਖਾਂ ਨੂੰ ਮਿਟਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਖੱਟੀ ਕੱਢ ਲੈ ਜਹਾਨ ਚੋਂ ਬਾਣੀ ਕਹਿੰਦੀ ਕੌੜਾ ਬੋਲ ਨਾ ਜ਼ੁਬਾਨ ਚੋਂ ਨੇਕੀਆਂ ਦੀ ਖੱਟੀ ਕੱਢ ਲੈ ਜਹਾਨ ਚੋਂ ਸਦਾ ਸਰਬੱਤ ਦਾ ਹੀ ਭਲਾ ਮੰਗ ਕੇ ਸਦਾ ਸਰਬੱਤ ਦਾ ਹੀ ਭਲਾ ਮੰਗ ਕੇ ਤੂੰ ਹੀ ਭਲਾ ਆਪਣਾ ਕਰਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ ਜੇ ਤੂੰ ਸਾਰੇ ਦੁਨੀਆ ਦੇ ਸੁੱਖ ਲੋੜਦਾ ਨਾਮ ਸੱਚੇ ਰੱਬ ਦਾ ਧਿਆਲ ਬੰਦਿਆ
जीवन नूर मुनारा बन जाए। ए बंदे जे चाहना तेरा जीवन नूर मुनारा बन जाए, तेरे मुख चों शब्द निकलिया कौम लई जयकारा बन जा। पैर तेरे विच रुड़दा किणका अरशी उड के तारा बन जाए। तां फिर मुक्त भुगत दी दाती ए अमृत दी खानी फड़ ले। गुरु नानक गुरु ग्रंथ नू टेक के मत्था वीर मेरे गुरबाणी पढ़ ले। चंद्रमा बाज भी चाननी हो सकती, सूरज बाज अंधेर पलो सकदा, पानी बाज भी जीविया जा सकदा, धरती बाज संसार भी हो सकदा, हवा बाज भी जिंदगी हवा बाज भी जिंदगी हो सकदी। ये चलदा समा भी कदी खलो सकदा है, पर गुरु दे एक दीदार बाजों गुरु सिख दा जीवन नहीं हो सकदा। नशे हैं संसार ते कूड़ वाले, नशा कोई नी नाम दी जर वर्गा, बिना गुणा तो करे गुमान जेड़ा, बंदा निराया असल है खर वर्गा। निर्मल शीतल सवाशने सर बहुते, सर कोई नहीं अमृत सर वर्गा। मिलदा मान है जितों निमाणिया नू, दर कोई नहीं गुरु नानक दे दर वर्गा, दर कोई नहीं गुरु नानक दा दर वर्गा। आस लेके आए आप जी दी शरणी, लाल पमती नू गुरु जी शरणी। आस लेके आए आप जी दी शरणी, लाल पमती नू गुरु जी चरणी। संगतां दी सेवा गुरु जस करके, संगतां दी सेवा गुरु जस करके, सुते भागे अपने जगाले बंदिया। जे तू सारे दुनिया दे सुख लोड़दा, नाम सच्चे रब दा ते आले बंदिया। जे तू सारे दुनिया दे सुख लोड़दा, नाम सच्चे रब दा ते आले बंदिया। वाहिगुरु वाहिगुरु। परम पूज्य पाग वालिए कुल आलम सरवरे कैनात चबर तख्त दे मालिक जुगो जुग अटल धन धन श्री गुरु ग्रंथ साहिब जी महाराज दी पावन पवित्र गोद दी जुड़ विठी साध संगत जी, गुरु प्यारी रब्बी रूप साध संगत जी, जितनियां भी सिख संगतां सतगुरां दे अलमाना दरबार दी हाजरी लवा रहे जे, आओ सब तो पहलां संत सिपाही बादशाह दरवेश सरबंसदानी तेग ते कलम दे धनी, प्यार दे मुजस्म नीले दे शाह सवार, चिट्टे बाजां वाले कलगीधर पिता दे साजे गुरु प्यारे खालसा जी। मन बिरती नूं करो अकागर, रसना नूं करो पवित्र, और सतगुरां दे चरनां दा धरो ध्यान। गज वज के बुलाओ फतेह, आखो जी वाहिगुरु जी का खालसा वाहिगुरु जी की फतेह। ये दरबार है सच दा साध संगत, आप वसदा रब भगवान इत्थे। एक सवट्टी है दिलां दे परखने दी, सदा खरे खोटे परखे जान इत्थे। ये टकसाल है सच दे सच्चियां दी, सच्चे सच दी सदा ढलान इत्थे। ये न्याय दी साथ है जिहदे अंदर भाई विधि चंद वर्गे डाके मार सुधरे। दुनिया आखदी मुक्तपुरी इनू पाई भाई कुलियाणे,
ਕੁਲਿਆਣ ਇੱਥੇ ਮੂੰਹ ਦੇ ਭਾਰ ਡਿੱਗੇ ਮਾਣ ਕਰਨ ਵਾਲੇ ਬਾਬਰ ਜਹੇ ਆਕੜ ਖਾਨ ਇੱਥੇ। ਗੁਰੂ ਨਾਨਕ ਦਾ ਘਰ ਹੈ ਦੁਖੀਆਂ ਦਾ ਅਸ਼ਿਆਨਾ, ਮੇਰਾ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ। ਝੁਕਣਾ ਹੈ ਪੈਂਦਾ ਇੱਥੇ ਰਾਜੇ ਤੇ ਰਾਣੇ ਨੂੰ, ਮਿਲਦਾ ਹੈ ਮਾਣ ਇੱਥੇ ਨੀਵੇਂ ਨਿਮਾਣੇ ਨੂੰ। ਨਾਗਾਂ ਦੀ ਆਤਮਾ ਨੂੰ ਆਵੇ ਸਰੂਰ ਇੱਥੇ, ਤੇ ਕਾਲਖ ਮਨਾਂ ਦੀ ਧੋਵੇ ਨਾਨਕ ਦਾ ਨੂਰ ਇੱਥੇ। ਭਾਈ ਜਿਹੜਾ ਪ੍ਰਾਣੀ ਇਸ ਦਰ ਦੇ ਉੱਤੇ ਨਿਮਾਣਾ ਹੋ ਕੇ ਆਇਆ, ਮਨ ਇੱਛੇ ਫਲਾਂ ਦੀ ਪ੍ਰਾਪਤੀ ਹੋਈ ਇਸ ਦਰ ਦੇ ਉੱਤੋਂ, ਕੋਈ ਖਾਲੀ ਝੋਲੀ ਨਹੀਂ ਗਿਆ। ਤੇ ਗੁਰੂ ਨਾਨਕ ਦੇ ਘਰ ਵਿੱਚ ਮਨੁੱਖ ਨੂੰ ਸਿਮਰਨ ਦੀ, ਭਗਤੀ ਦੀ, ਸੂਰਮਗਤੀ ਦੀ ਜਾਚ ਸਿਖਾਈ ਜਾਂਦੀ ਹੈ ਕਿ ਕਿਵੇਂ ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ, ਤੇ ਕਿਵੇਂ ਸੰਗਤ ਕਰਕੇ ਉਹ ਆਤਮਾ ਨਾਮ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਕੌਮਾਂ ਦੇ ਜੀਵਨ ਬਦਲਨੇ ਨੇ। ਜਪਜੀ ਸਾਹਿਬ ਦੀਆਂ ਹਨ ਜੋ ਪੌੜੀਆਂ ਨੇ, ਇਹ ਨੇ ਪੌੜੀਆਂ ਸਵਰਗ ਦੇ ਧਾਮ ਦੀਆਂ। ਵਾਹ ਜੀ ਵਾਹ। ਇੱਕ ਇੱਕ ਤੁਕ ਅੰਦਰ, ਇੱਕ ਇੱਕ ਸ਼ਬਦ ਅੰਦਰ ਭਰੀਆਂ ਹੋਈਆਂ ਨੇ ਬਰਕਤਾਂ ਨਾਮ ਦੀਆਂ। ਉਸ ਬੰਦੇ ਦਾ ਸਮਝੋ ਸਫਲ ਜੀਵਨ ਰੱਟ ਲਾਈਆਂ ਜਿਸ ਰਾਮ ਨਾਮ ਦੀਆਂ। ਸੁਖਮਨੀ ਸਾਹਿਬ ਨੂੰ ਸੁੱਖਾਂ ਦੀ ਮਨੀ ਸਮਝੋ, ਕੱਟੇ ਜੜਾਂ ਕ੍ਰੋਧ ਤੇ ਕਾਮ ਦੀਆਂ। ਬਾਣੀ ਅਤੇ ਰੱਬ ਵਿੱਚ ਭੇਦ ਕੋਈ ਨਹੀਂ, ਜਿਹੜਾ ਖੋਜਦਾ ਉਹੀ ਪਾ ਲੈਂਦਾ। ਕਾਲਾ ਦਿਲ ਜੋ ਆਖਦਾ ਨਹੀਂ ਸਿੱਧਾ, ਉਹ ਵੀ ਹੰਸ ਦਾ ਰੂਪ ਵਟਾ ਲੈਂਦਾ। ਇਸ ਦਰ ਦੇ ਉੱਤੇ ਆ ਕੇ ਭਾਈ ਕਾਲੇ ਕਾਂ ਵੀ ਹੰਸ ਬਣ ਜਾਂਦੇ ਨੇ। ਇਹ ਮਨੁੱਖਤਾ ਵਾਸਤੇ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਗੁਰੂ ਨਾਨਕ ਦਾ ਦਰ ਤੋਂ ਜਿਤਨੀਆਂ ਵੀ ਸਿੱਖ ਸੰਗਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੀਆਂ ਜੇ, ਆਓ ਸਭ ਤੋਂ ਪਹਿਲਾਂ ਬੜੇ ਅਦਬ ਤੇ ਸਤਿਕਾਰ ਦੇ ਨਾਲ ਮਨ ਬਿਰਤੀ ਨੂੰ ਇਕਾਗਰ ਕਰਕੇ ਔਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰ ਕੇ ਗੱਜ ਵੱਜ ਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਵੱਡਿਆਂ ਗੁਰਾਂ ਦੇ ਜੀਵਨ ਵਿੱਚੋਂ ਇਤਿਹਾਸ ਦੀ ਇੱਕ ਲੜੀ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ। ਇੱਕ ਵਿਦਵਾਨ ਨੇ ਲਿਖਿਆ ਹੈ ਕਿ ਆਪਾਂ ਸਟੇਜਾਂ ਉੱਤੇ ਜਸ ਕਿਹਦਾ ਕਰਦੇ ਆ? ਭਾਈ ਗੁਰੂ ਸਾਹਿਬਾਂ ਦਾ ਕਰਦੇ ਆ। ਵੱਢ ਕੇ ਕਸਾਈ ਮਾਸ ਵੇਚ ਦਿੰਦੇ ਬੱਕਰੇ ਦਾ, ਖੱਲੜੀ ਦਾ ਤਬਲਾ ਤੇ ਢੋਲਕ ਬਣਾਇਆ ਜਾਂਦਾ। ਮਰ ਜਾਵੇ ਮਿਰਗ ਬਣਾਈ ਜਾਂਦੀ ਮਿਰਗਸ਼ਾਲਾ, ਸਿੰਘ 12 ਸਿੰਗੇ ਦਾ ਦਵਾਈਆਂ ਵਿੱਚ ਪਾਇਆ ਜਾਂਦਾ। ਮਰ ਜਾਵੇ ਗਹਿਣਾ ਬਣਾਈ ਜਾਂਦੀ ਢਾਲ ਉਹਦੀ, ਤੀਰਾਂ ਤਲਵਾਰਾਂ ਨਾਲ ਉਹਨੂੰ ਅਜਮਾਇਆ ਜਾਂਦਾ। ਮਰ ਜਾਵੇ ਹਾਥੀ 1.25 ਲੱਖ ਮੁੱਲ ਪੈਂਦਾ, ਦੰਦ ਦਾ ਬਣਾ ਕੇ ਚੂੜਾ ਬੀਬੀਆਂ ਦੇ ਪਾਇਆ ਜਾਂਦਾ। ਮਰ ਜਾਵੇ ਸ਼ੇਰ ਲਾ ਕੇ ਉਹਦੀ ਖੱਲ ਤਾਈਂ ਸੰਤਾਂ ਮਹਾਪੁਰਸ਼ਾਂ ਲਈ ਆਸਣ ਵਿਛਾਇਆ ਜਾਂਦਾ। ਮਰ ਜਾਵੇ ਪਸ਼ੂ ਲਾ ਕੇ ਉਹਦੇ ਪੋਸ਼ ਤਾਈਂ ਜੁੱਤੀ ਜੋੜਾ ਪੈਰਾਂ ਵਿੱਚ ਪਾਉਣ ਲਈ ਬਣਾਇਆ ਜਾਂਦਾ। ਹੱਡ ਮਾਸ ਨਾੜੀ ਚੰਮ ਬੰਦੇ ਦਾ ਨਹੀਂ ਕਿਸੇ ਕੰਮ, ਹੱਡ ਮਾਸ ਨਾੜੀ ਚੰਮ ਬੰਦੇ ਦਾ ਨਹੀਂ ਕਿਸੇ ਕੰਮ। ਰੱਖ ਕੇ ਤੇ ਚਿਖਾ ਉੱਤੇ ਇਸ ਨੂੰ ਜਲਾਇਆ ਜਾਂਦਾ। ਜਸ ਜੀਣਾ ਅਪ ਜਸ ਮਰਨਾ ਸੰਗਤ ਜੀ, ਤੇ ਜਸ ਪੂਰੇ ਗੁਰਾਂ ਦਾ ਸਟੇਜਾਂ ਉੱਤੇ ਗਾਇਆ ਜਾਂਦਾ। ਦੋ ਜਹਾਨ ਦੇ ਵਾਲੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਦੇ ਆ ਰਹੇ ਸਾਂ। ਕੱਲ ਦੇ ਦੀਵਾਨਾਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ। ਮਨ ਬਣਿਆ ਹੈ ਕਿ ਇੱਕ ਭੈਣ ਦੀ ਅਰਦਾਸ ਕਲਗੀਧਰ ਪਿਤਾ ਦੇ ਚਰਨਾਂ ਦੇ ਵਿੱਚ ਕਿਵੇਂ ਪ੍ਰਵਾਨ ਹੁੰਦੀ ਏ। ਉਹ ਜੰਗ ਦਾ ਜ਼ਿਕਰ ਕਰਨ ਲੱਗੇ ਆ ਕਿ ਜਿਹੜੀ ਜੰਗ ਮਹਾਰਾਜ ਨੇ ਤਲਵਾਰ ਦੇ ਨਾਲ ਨਹੀਂ, ਪ੍ਰੇਮ ਦੇ ਨਾਲ, ਪ੍ਰੇਮ ਦੀਆਂ ਨਜ਼ਰਾਂ ਦੇ ਨਾਲ ਜਿੱਤ ਲਈ ਹੈ। ਉਹਨੂੰ ਨਿਰਮੋਹ ਪ੍ਰੇਮਮਈ ਜਿੱਤ ਹੈ ਕਲਗੀਧਰ ਪਿਤਾ ਦੀ, ਉਹ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ। ਲਓ ਇਤਿਹਾਸ ਆਰੰਭ ਕਰਨ ਲੱਗਾ ਹਾਂ ਕਿ ਬਾਰ-ਬਾਰ 22 ਧਾਰ ਦੇ ਪਹਾੜੀ ਰਾਜੇ ਔਰ ਮੁਗਲ ਫੌਜਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਚੜ੍ਹਾਈ ਕਰਕੇ ਆਉਂਦੀਆਂ ਰਹੀਆਂ। ਹਾਰ ਦਾ ਮੂੰਹ ਦੇਖਣਾ ਪਿਆ। ਕੱਲ ਦੇ ਦੀਵਾਨਾਂ ਵਿੱਚ ਉਹ ਇਤਿਹਾਸ ਪੇਸ਼ ਕੀਤਾ ਸੀ ਕਿ ਜਦੋਂ ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਨਾਗਨੀ ਦਾ ਵਾਰ ਕੀਤਾ ਔਰ ਉਹਨੂੰ, ਉਸ ਖੂਨੀ ਹਾਥੀ ਨੂੰ ਉਹਦਾ ਮੂੰਹ ਪਵਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਫਿਰ ਪੌਂਟਾ ਸਾਹਿਬ ਤੇ ਜੰਗ ਹੋਇਆ, ਜੰਗ ਭੰਗਾਣੀ। ਇਹਦੇ ਵਿੱਚ ਵੀ 22 ਧਾਰ ਦੇ ਪਹਾੜੀ ਰਾਜਿਆਂ ਦੀ ਹਾਰ ਹੋਈ। ਸ਼ਾਇਰ ਲਿਖਦਾ, ਜਦ ਖਾਧੀ ਹਾਰ ਪਹਾੜੀਆਂ ਸੀ ਜੰਗ ਭੰਗਾਣੀ, ਉਹ ਨਾਲ ਸ਼ਰਮ ਦੇ ਹੋ ਗਏ ਸਭ ਪਾਣੀ ਪਾਣੀ। ਜੰਗ ਵਿੱਚ ਸਾਨੂੰ ਜਿੱਤ ਗਈ ਸਾਧਾਂ ਦੀ ਢਾਣੀ, ਇਹ ਤੰਦ ਨਾ ਜਾਣਿਓ ਉਲਝਿਆ ਉਲਝੀ ਸਭ ਤਾਣੀ। ਹੁਣ ਤਾਕਤ ਨਾਲ ਜਿੱਤ ਗਿਆ ਗੱਲ ਪੱਕੀ ਜਾਣੀ, ਤੇ ਕੱਢੋ ਔਰੰਗਜ਼ੇਬ ਦੇ ਗੱਲ ਕੰਨਾਂ ਥਾਣੀ। ਉਹਨਾਂ ਰਾਜਪੂਤਾਂ ਦੀ ਵੀਰਤਾ ਹੈ ਛੱਜ ਵਿੱਚ ਛਾਣੀ, ਤੇ ਖਤਰਾ ਹੈ ਇਸਲਾਮ ਨੂੰ ਗੱਲ ਪੱਕੀ ਜਾਣੀ। ਫਿਰ ਦੁਬਾਰਾ 22 ਧਾਰ ਦੇ ਪਹਾੜੀ ਰਾਜੇ ਇਕੱਠੇ ਹੋਏ ਆਨੰਦਪੁਰ ਤੋਂ। ਇਹ ਡੈਪੂਟੇਸ਼ਨ, ਕਿਉਂਕਿ ਆਨੰਦਪੁਰ ਸਾਹਿਬ
ਦੀ ਜਿਹੜੀ ਰਿਆਸਤ ਹੈ ਰਿਆਸਤ ਕਹਿਲੂਰ ਵਿੱਚ ਪੈਂਦੀ ਹੈ ਤੇ ਰਿਆਸਤ ਕਹਿਲੂਰ ਦਾ ਰਾਜਾ ਭੀਮ ਚੰਦ ਇਹਨੇ 22 ਧਾਰ ਦੇ ਪਹਾੜੀ ਰਾਜੇ ਇਕੱਠੇ ਕੀਤੇ, ਇੱਕ ਚਿੱਠੀ ਲਿਖੀ ਔਰ ਚਿੱਠੀ ਲੈ ਕੇ ਫਿਰ ਦਿੱਲੀ ਦਰਬਾਰ ਗਏ ਨੇ ਕਿ ਉੱਥੋਂ ਫਿਰ ਸਰਕਾਰ ਦੀ ਮਦਦ ਲਈ ਜਾਵੇ ਔਰ ਇਹ ਆਨੰਦਪੁਰ ਸਾਹਿਬ ਦਾ ਕਿਲਾ ਢਾਹ ਕੇ ਨੇਸਤੋ ਨਬੂਦ ਕਰ ਦਿੱਤਾ ਜਾਵੇ। ਚਿੱਠੀ ਲਿਖੀ ਨਾਲ ਰਾਜਿਆਂ ਦਿਲ ਵਿੱਚ ਖਾ ਕੇ ਖਾਰ, ਉਹਨਾਂ ਲਿਖਿਆ ਔਰੰਗਜ਼ੇਬ ਨੂੰ ਗੱਲ ਸੁਣ ਲੈ ਸੱਚੀ ਸਰਕਾਰ, ਹੁਣ ਖਤਰੇ ਵਿੱਚ ਇਸਲਾਮ ਹੈ ਤੇ ਨਾਲੇ 22 ਧਾਰ, ਇਹ ਕੁੱਠੀ ਚਿੰਗ ਆਨੰਦਪੁਰੋਂ ਕੋਈ ਸਕੇ ਨਾ ਸੇਕ ਸਹਾਰ, ਉਹਦੀ ਆਗਾ ਵਿੱਚ ਲਪੇਟ ਦੇ ਕਈ ਦੀਨ ਦੇ ਪੈਰੋਕਾਰ, ਇਸੇ ਲਈ ਸਾਨੂੰ ਗੁਰਾਂ ਤੋਂ ਖਾਣੀ ਪੈ ਗਈ ਹਾਰ, ਅਸੀਂ ਦਰ ਖੜਕਾਇਆ ਤੁਸਾਂ ਦਾ ਇਸ ਲਈ ਆਖਰਕਾਰ, ਫੇਰ ਨਾ ਸਾਨੂੰ ਆਖਣਾ ਤੁਸੀਂ ਕਿਤੇ ਗਦਾਰ, ਉਹਦੀ ਪਿੱਠ ਦੇ ਉੱਤੇ ਮੁਸਲਮਾਨ ਇੱਕ ਦੋ ਨਹੀਂ ਕਈ ਹਜ਼ਾਰ, ਪੀਰ ਬੁੱਧੂ ਸ਼ਾਹ ਸਢੌਰੀਆ ਉਹਦਾ ਸਭ ਤੋਂ ਪੱਕਾ ਯਾਰ, ਅਸੀਂ ਹਾਂ ਨਿਰਦੋਸ਼ ਤੁਹਾਡੇ ਸਭ ਰਾਜੇ ਖਿਦਮਤਗਾਰ। ਇਹ 22 ਧਾਰ ਦੇ ਪਹਾੜੀ ਰਾਜਿਆਂ ਨੇ ਸ਼ਿਕਾਇਤ ਕੀਤੀ ਕਿ ਪੰਜਾਬ ਦੇ ਵਿੱਚ ਬਗਾਵਤ ਹੋਣ ਵਾਲੀ ਇੱਕ ਦਿਨ ਆਵੇਗਾ, ਗੁਰੂ ਗੋਬਿੰਦ ਸਿੰਘ ਹਿੰਦੁਸਤਾਨ ਦੇ ਤਖਤ ਉੱਤੇ ਕਬਜ਼ਾ ਕਰ ਲਵੇਗਾ, ਅਸੀਂ ਉਹਦੀ ਵੱਧਦੀ ਤਾਕਤ ਨੂੰ ਰੋਕਣਾ ਚਾਹਿਆ ਪਰ ਮੁਸਲਮਾਨ ਬੰਦੇ ਪੀਰ ਬੁੱਧੂ ਸ਼ਾਹ ਵਰਗੇ ਉਹਦੀ ਹਮਦਰਦ ਤੇ ਆ ਗਿਆ ਤੇ ਸਾਨੂੰ ਫਿਰ ਜੰਗ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਜਦੋਂ ਇਹ ਚਿੱਠੀ ਪੜ੍ਹੀ, ਗੱਲਾਂ ਸੁਣੀਆਂ, ਚਿੱਠੀ ਪੜ੍ਹੀ, ਔਰੰਗਜ਼ੇਬ ਨੇ ਹੋਇਆ ਗੁੱਸੇ ਦੇ ਵਿੱਚ ਸੁਰਖ ਅੰਗਿਆਰ, ਉਹਨੇ ਸਾਰੇ ਜਰਨੈਲ ਬੁਲਾ ਲਿਆ ਇੱਕ ਲਾ ਕੇ ਸ਼ਾਹੀ ਦਰਬਾਰ, ਉਹਦੇ ਇੱਕ ਹੱਥ ਬੀੜਾ ਪਾਨਾਂ ਦਾ, ਦੂਜੇ ਹੱਥ ਵਿੱਚ ਨੰਗੀ ਤਲਵਾਰ, ਦੋਵੇਂ ਰੱਖ ਕੇ ਜ਼ਮੀਨ ਉੱਤੇ ਸ਼ਾਹ ਨੇ ਫਿਰ ਏਦਾਂ ਕਿਹਾ ਲਲਕਾਰ, ਕੋਈ ਉੱਠੇ ਅਣਖੀ ਸੂਰਮਾ ਦੇਵੇ 10ਵੇਂ ਗੁਰੂ ਨੂੰ ਮਾਰ, ਕਹਿੰਦਾ ਮੈਂ ਸਦਾ ਹੀ ਮੈਦਾਨ ਵਿੱਚ ਜਿੱਤਿਆ, ਕਦੇ ਜ਼ਿੰਦਗੀ 'ਚ ਸਿੱਖੀ ਨਹੀਂ ਹਾਰ, ਬੀੜਾ ਚੁੱਕ ਲਵੇ ਹੁਣ ਕੋਈ ਜੰਗ ਦਾ ਤੇ ਜਾਣ ਵਾਸਤੇ ਹੋ ਜਵੇ ਤਿਆਰ, ਉਹਦੇ ਉੱਚੇ ਰੁਤਬੇ ਕਰਦਿਆਂ ਦਿਆਂ ਦੌਲਤ ਲੱਖ ਹਜ਼ਾਰ, ਬਈ ਦਰਬਾਰ ਲੱਗਾ ਹੋਇਆ ਸੀ ਔਰ ਰੰਗਜੇਬ ਨੇ ਪਾਨਾਂ ਦਾ ਬੀੜਾ ਤੇ ਨੰਗੀ ਤਲਵਾਰ ਸਾਹਮਣੇ ਰੱਖ ਕੇ ਬੈਠੇ ਹੋਏ ਆਪਣੇ ਯੋਧੇ ਜਰਨੈਲਾਂ ਸਿਪਾਹ ਫਲਾਰਾਂ ਨੂੰ ਵੰਗਾਰ ਕੇ ਤੇ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਵਾਸਤੇ ਜੋਸ਼ੀਲੀ ਤਕਰੀਰ ਇਉਂ ਕੀਤੀ।
ਮੱਥੇ ਲੱਗੇ ਵਿੱਚ ਦਰਬਾਰ ਦੇ ਸ਼ਾਹ ਮੁਖ ਚੋਂ ਬੋਲੇ। ਉਹਨੇ ਜੋਸ਼ 'ਚ ਬਾਵਾਂ ਤਣ ਲਈਆਂ, ਨੈਣ ਭਖਦੇ ਖੋਲੇ। ਕਹਿੰਦਾ ਉੱਠੇ ਕੋਈ ਸੂਰਮਾ, ਚੁੱਕ ਤੇਗ ਜੋ ਤੋਲੇ। ਉਹਨੂੰ ਮੰਗਮਾ ਦਿਆਂ ਇਨਾਮ ਮੈਂ, ਅੱਜ ਜੋ ਹੋ ਮੁਖ ਮੋਹਰੇ ਬੋਲੇ। ਉਹਨੇ ਢਾਕੇ ਪੁਰੀ ਆਨੰਦ ਨੂੰ, ਕਰ ਸੁੱਟੇ ਖੋਲੇ। ਲਿਆਵੇ ਗੋਬਿੰਦ ਸਿੰਘ ਨੂੰ, ਫੜ ਮੇਰੇ ਕੋਲੇ। ਉਹਨੇ ਭਰਤੀ ਕੀਤੇ ਸੂਰਮੇ, ਪਾ ਪੀਲੇ ਚੋਲੇ। ਔਰ ਔਰੰਗਜ਼ੇਬ ਨੇ ਆਖਿਆ ਕੋਈ ਮਰਦ ਉੱਠੇ, ਸੂਰਮਾ ਉੱਠੇ, ਚੜ੍ਹਾਈ ਕਰਕੇ ਜਾਵੇ। ਜਦੋਂ ਪਹਿਲੀ ਵਾਰੀ ਵੰਗਾਰਿਆ ਕਿਸੇ ਦਾ ਹੌਸਲਾ ਨਾ ਪਿਆ। ਔਰੰਗਜ਼ੇਬ ਨੇ ਦੂਸਰੀ ਵਾਰੀ ਵੰਗਾਰਿਆ, ਪਰ ਫਿਰ ਵੀ ਕਿਸੇ ਦਾ ਹੌਸਲਾ ਨਹੀਂ ਪਿਆ। ਜਦੋਂ ਤੀਸਰੀ ਵਾਰੀ ਇਹਨੇ ਤਾਨਾ ਮਾਰਿਆ, ਕਹਿਣ ਲੱਗਾ ਮੇਰੇ ਸਾਹਮਣੇ ਆ ਮਰਦ ਬੈਠੇ ਨੇ ਕਿ ਹੀਜੜੇ ਬੈਠੇ ਨੇ। ਜਦੋਂ ਹੀਜੜਾ ਸ਼ਬਦ ਕਿਹਾ, ਬੋਲੀ ਦਿਲ ਨੂੰ ਚੀਰ ਗਈ ਜਿਉਂ ਸਾਬਣ ਨੂੰ ਤਾਰ। ਇੱਕ ਨਵਾਂ ਬਣਿਆ ਜਰਨੈਲ, ਉਮਰ 26 ਕੁ ਸਾਲ ਦੇ ਕਰੀਬ ਹੈ, ਛਾਲ ਮਾਰ ਕੇ ਸਾਹਮਣੇ ਆ ਗਿਆ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੈਂ ਪਠਾਣੀ ਮਾਂ ਦਾ ਦੁੱਧ ਪੀਤਾ, ਮੈਂ ਚੜ੍ਹਾਈ ਕਰਕੇ ਜਾਵਾਂਗਾ, ਗੁਰੂ ਗੋਬਿੰਦ ਸਿੰਘ ਨੂੰ ਜਿੰਦਾ ਜਾਂ ਮੁਰਦਾ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਔਰੰਗਜ਼ੇਬ ਨੂੰ ਥੋੜੀ ਤਸੱਲੀ ਹੋਈ, ਅਜੇ ਇਹ ਨੌਜਵਾਨ ਮੁੰਡਾ ਜਰਨੈਲ ਇੰਨੀ ਗੱਲ ਆਖ ਰਿਹਾ ਸੀ। ਇੱਕ ਹੋਰ ਮਨੁੱਖ ਉੱਠਿਆ ਇਹ ਦਰਬਾਰ ਦੇ ਵਿੱਚ। ਦਿੱਲੀ ਦੇ ਲਾਲ ਕਿਲੇ ਅੰਦਰ ਇਹ ਦਰਬਾਰ ਲੱਗਾ ਹੋਇਆ ਸੀ। ਇਸ ਮਨੁੱਖ ਨੇ ਆਖਿਆ ਬਾਦਸ਼ਾਹ ਸਲਾਮਤ ਇੱਕ ਗੱਲ ਯਾਦ ਰੱਖੋ, ਇਹ ਨਵਾਂ ਬਣਿਆ ਜਰਨੈਲ ਏ, ਚੜ੍ਹਦੀ ਜਵਾਨੀ ਏ, ਪਰ ਇਹ ਕਦੇ ਗੁਰੂ ਗੋਬਿੰਦ ਸਿੰਘ ਨੂੰ ਜਿੱਤ ਨਹੀਂ ਸਕਦਾ, ਫਤਿਹ ਨਹੀਂ ਕਰ ਸਕਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੱਲ ਕਹਿ ਦੇਣੀ ਕੋਈ ਮਾਮੂਲੀ ਗੱਲ ਨਹੀਂ। ਇਹ ਮਨੁੱਖ ਕੌਣ ਹੈ? ਇਹ ਗਜਨੀ ਦਾ ਪਠਾਨ ਹਸਨ ਅਲੀ ਏ। ਇਹਦਾ ਇੱਕ ਹੱਥ ਵੀ ਕੱਟਿਆ ਹੋਇਆ ਤੇ ਇੱਕ ਪੈਰ ਵੀ ਕੱਟਿਆ ਹੋਇਆ। ਔਰੰਗਜ਼ੇਬ ਨੇ ਆਖਿਆ ਕੀ ਕਹਿਣਾ ਚਾਹੁੰਦਾ ਏ? ਇਹਨੇ ਆਖਿਆ ਜੀ ਅੱਗੇ ਵੀ ਫੌਜਾਂ ਚੜ੍ਹਾਈ ਕਰਕੇ ਜਾਂਦੀਆਂ ਰਹੀਆਂ ਨੇ, ਪਰ ਕੋਈ ਜਰਨੈਲ ਜਿੱਤ ਨਹੀਂ ਸਕਿਆ। ਕੀ ਕਾਰਨ? ਕਹਿਣ ਲੱਗਾ ਜੀ ਆਨੰਦਪੁਰ ਵਾਰੇ ਗੁਰੂ ਦਾ ਟਿੱਲਾ ਇੱਕ ਉੱਚੀ ਪਹਾੜੀ ਤੇ, ਉਹਦੇ ਸਿੱਖ ਤੇ ਸਾਨੂੰ ਪੱਥਰ ਇੱਟਾਂ ਮਾਰ ਕੇ ਭਜਾ ਦਿੰਦੇ ਨੇ, ਸਾਡੇ ਤੀਰ ਉੱਥੋਂ ਤੱਕ ਮਾਰ ਨਹੀਂ ਕਰਦੇ। ਉਹਨਾਂ ਜੰਗਾਂ ਦੇ ਵਿੱਚ ਮੇਰਾ ਹੱਥ ਕੱਟਿਆ ਗਿਆ ਤੇ ਪੈਰ ਕੱਟਿਆ ਗਿਆ, ਇਸ ਕਰਕੇ ਇਹ ਜਰਨੈਲ ਕਦੇ ਜਿੱਤ ਨਹੀਂ ਸਕਦਾ। ਜਦੋਂ ਇਹ ਗੱਲ ਹੋਈ, ਇਸ ਜਰਨੈਲ ਨੇ ਛਾਤੀ ਤੋਂ ਫੜ ਕੇ ਪਿੱਛੇ ਧੱਕ ਦਿੱਤਾ ਆਪਦੇ ਹੱਥ ਦੇ ਨਾਲ। ਬਈ ਸਾਹਮਣੇ ਆਇਆ, ਇਹਨੇ ਪਾਨਾਂ ਦਾ ਬੀੜਾ ਚੱਕ ਕੇ ਮੂੰਹ ਦੇ ਵਿੱਚ ਪਾਇਆ, ਤਲਵਾਰ ਮਿਆਨ ਕੀਤੀ ਤੇ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਬੋਲਿਆ। ਸ਼ਾਇਰ ਲਿਖਦਾ, ਆਇਆ ਸ਼ਾਹ ਦੇ ਸਾਹਮਣੇ ਇੱਕ ਸ਼ੈਲ ਛਬੀਲਾ, ਉਹਦਾ ਮੱਥਾ ਭਖੇ ਅੰਗਿਆਰ ਵਾਂਗ ਉਹ ਬੜਾ ਜਸ਼ੀਲਾ, ਉਹ ਜਾਪੇ ਜੋ ਵਿਸ਼ ਘੋਲਦਾ ਬਿਸ਼ੀਰ ਜ਼ਹਿਰੀਲਾ। ਉਹ ਗੁੱਸੇ ਦੇ ਵਿੱਚ ਹੋ ਰਿਹਾ ਬਹੁਤ ਨੀਲਾ ਪੀਲਾ, ਉਹ ਸਮਝੇ ਆਪਣੇ ਆਪ ਨੂੰ ਬਾਹਲਾ ਫਰਤੀਲਾ। ਕਹਿੰਦਾ ਜੇ ਨਿਰਦੋਸ਼ ਨਾ ਕੋਈ ਕੀਤਾ ਹੀਲਾ, ਤੇ ਕਿਸ ਕਹਿਣਾ ਮੈਨੂੰ ਸੈਦ ਖਾਂ ਯੋਧਾ ਨਖੀਲਾ। ਕਹਿਣ ਲੱਗਾ ਬਾਦਸ਼ਾਹ ਸਲਾਮ ਤੋਂ ਮੈਂ ਜਾਵਾਂਗਾ। ਔਰੰਗਜ਼ੇਬ ਨੇ ਆਖਿਆ ਬੋਲ ਕਿੰਨੀ ਫੌਜ ਚਾਹੀਦੀ ਹੈ? ਕਹਿੰਦਾ ਜੀ 10,000 ਤੇ 94 ਜਰਨੈਲ ਚਾਹੀਦੇ ਨੇ। ਔਰੰਗਜ਼ੇਬ ਨੇ ਆਖਿਆ ਮਿਲ ਜਾਣਗੇ। ਔਰੰਗਜ਼ੇਬ ਨੇ ਆਖਿਆ 22 ਧਾਰ ਦੇ ਪਹਾੜੀ ਰਾਜਿਆਂ ਨੇ ਇੱਕ ਗੱਲ ਕਹੀ ਏ ਕਿ ਉਹਦੀ ਪਿੱਠ ਦੇ ਉੱਤੇ ਮੁਸਲਮਾਨ ਇੱਕ ਦੋ ਨਹੀਂ ਕਈ ਹਜ਼ਾਰ, ਪੀਰ ਬੁੱਧੂ ਸ਼ਾਹ ਚੜੌਰੀਆ ਤੇ ਉਹਦਾ ਸਭ ਤੋਂ ਪੱਕਾ ਯਾਰ। ਇਹ ਮਨੁੱਖ ਕੌਣ ਏ? ਇਸ ਜਰਨੈਲ ਨੇ ਆਖਿਆ ਬਾਦਸ਼ਾਹ ਸਲਾਮਤ ਘਬਰਾਓ ਨਾ, ਮੇਰੀ ਵੱਡੀ ਭੈਣ ਨਸੀਰਾ ਪੀਰ ਬੁੱਧੂ ਸ਼ਾਹ ਦੇ ਨਾਲ ਨਕਾਈ ਹੋਈ ਏ। ਮੈਂ ਜਾਂਦਾ ਜਾਂਦਾ ਉਹ ਸਢੌਰੇ ਰਹਿੰਦੇ ਨੇ, ਸਢੌਰੇ ਖੋ ਕੇ ਹੀ ਪੰਜਾਬ ਨੂੰ ਜਾਵਾਂਗਾ ਔਰ ਫਿਰ ਹੀ ਚੜ੍ਹਾਈ ਕਰਾਂਗਾ, ਘਬਰਾਓ ਨਾ, ਇਹ ਤੁਹਾਡੀ ਚਿੰਤਾ ਵੀ ਦੂਰ ਕਰ ਦਿੱਤੀ ਜਾਵੇਗੀ। ਜਦੋਂ ਇਹਦੀ ਬੇਗਮ ਨੂੰ ਪਤਾ ਲੱਗਾ ਕਿ ਮੇਰਾ ਪਤੀ ਉਸ ਪੀਰ ਪੈਗੰਬਰ ਤੇ ਚੜ੍ਹਾਈ ਕਰਕੇ ਚੱਲਿਆ ਹੈ, ਦੌੜੀ ਆਈ। ਪਰ ਇਹ ਜਰਨੈਲ ਜਵਾਨੀ ਦੇ ਨਸ਼ੇ ਵਿੱਚ, ਹੰਕਾਰ ਦੇ ਨਸ਼ੇ ਵਿੱਚ, ਇਹਨੇ ਆਪਣੀ ਬੇਗਮ ਨੂੰ ਪਿੱਛੇ ਮੋੜ ਦਿੱਤਾ। ਲੋ ਦਿੱਲੀੋਂ ਤੁਰਿਆ, ਇਹਨੇ ਰੁੱਖ ਸਢੌਰੇ ਦਾ ਕੀਤਾ ਜਿੱਥੇ ਇਹਦੀ ਭੈਣ ਨਕਾਈ ਹੋਈ ਏ, ਵਿਆਹੀ ਹੋਈ ਏ। ਤੁਰ ਦਿੱਲੀੋਂ ਸਢੌਰੇ ਖਾਨ ਪਹੁੰਚਿਆ, ਉਹਨੇ ਭੈਣ ਤਾਈ ਕਰੀ ਜਾਂ ਸਲਾਮ, ਕਦੇ ਹਲਦੀ ਜਰਦੀ ਨਾ ਤਜੇ, ਔਗਣ ਨਾ ਤਜੇ ਗੁਲਾਮ। ਬਈ ਬੱਚੇ ਸੱਪਾਂ ਦੇ ਮਿੱਤ ਨਾ ਹੋਂਦੇ, ਭਾਵੇਂ ਦੁੱਧ ਦੇ ਪਲਾਈਏ ਯਾਮ, ਕਦੇ ਤੁੰਮਿਆਂ ਤੋਂ ਹੋਣ ਤਰਬੂਜ ਨਾ, ਬਈ ਖੰਡ ਵਿੱਚ ਰੱਖੋ ਸੁਬਾਹ ਸ਼ਾਮ, ਭਾਵੇਂ ਕਿੰਨੀਆਂ ਪਿਉਂਦਾ ਚਾੜੀਏ, ਕਦੇ ਆੜੂ ਨਾ ਬੰਨ ਬਦਾਮ, ਚਾਰ ਚਿਖਾ ਉੱਤੇ ਲਾਂਬੂ ਲਾ ਦਿਓ, ਕਦੇ ਕਾਫਰ ਨਹੀਂ ਕਹਿੰਦੇ ਰਾਮ। ਕਹਿੰਦਾ ਜਿੱਤ ਕੇ ਹਿੰਦ ਵਾਲੇ ਪੀਰ ਨੂੰ ਉੱਗਾ ਕਰਨਾ ਦੇਸ਼ ਵਿੱਚ ਨਾਮ, ਤੇ ਦਿਲ ਆਈ ਮਿਲਾ ਭੈਣ ਤਾਈ ਪੰਛੀਆ ਖੜਾ ਘੋੜੇ ਦੀ ਖਿੱਚ ਕੇ ਲਗਾਮ। ਸਢੌਰੇ ਪਹੁੰਚ ਗਿਆ, ਘੋੜੇ ਤੋਂ ਉਤਰਿਆ, ਭੈਣ ਦੇ ਘਰ ਦੇ ਦਰਵਾਜ਼ੇ ਦਾ ਕੁੰਡਾ ਖੜਕਾਇਆ, ਪਰ ਨਸੀਰਾ ਅੰਦਰ ਕਲਗੀਧਰ ਪਿਤਾ ਦੀ ਫੋਟੋ ਲੱਗੀ ਏ, ਮਸੱਲੇ ਤੇ ਬੈਠੀ ਏ, ਹੱਥ ਵਿੱਚ ਮਾਲਾ ਫੜੀ ਹੋਈ ਏ।
ਔਰ ਬਾਣੀ ਪੜ ਰਹੀ ਏ। ਇਹਨੇ ਦੂਸਰੀ ਵਾਰ ਆਵਾਜ਼ ਦਿੱਤੀ ਪਰ ਅੰਦਰੋਂ ਆਵਾਜ਼ ਨਾ ਆਈ। ਦਹਲੀਜ਼ਾਂ ਲੰਘ ਗਿਆ, ਅੰਦਰ ਚਲਿਆ ਗਿਆ, ਪਰ ਅੰਦਰੋਂ ਜਦੋਂ ਬਾਣੀ ਦੀ ਆਵਾਜ਼ ਇਹਦੇ ਕੰਨਾਂ ਵਿੱਚ ਪਈ ਹੈਰਾਨ ਹੋ ਗਿਆ। ਨਸੀਰਾਂ ਬਾਣੀ ਕਲਗੀਧਰ ਪਿਤਾ ਦੀ ਪੜ ਰਹੀ ਏ। ਕੀ ਆਖ ਰਹੀ ਏ? ਬਲਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿ ਲੱਗਾ ਕਿਸੇ ਕਾਫਰ ਦੇ ਘਰ ਆ ਗਿਆ, ਲੱਗਦਾ ਇਹ ਘਰ ਮੇਰੀ ਭੈਣ ਦਾ ਨਹੀਂ। 1 ਮਿੰਟ ਸੋਚ ਕੇ ਕਹਿਣ ਲੱਗਾ ਹਾਂ। ਕਹਿੰਦਾ ਯਾਦ ਆ ਗਿਆ, ਭੰਗਾਣੀ ਦੇ ਜੰਗ ਵਿੱਚ ਇਹਦੇ ਪੁੱਤਰ ਸ਼ਹੀਦ ਹੋ ਗਏ, ਮਰੀਦ ਸ਼ਹੀਦ ਹੋ ਗਏ। ਲੱਗਦਾ ਦਿਮਾਗੀ ਸੰਤੁਲਨ ਵਿਗੜ ਗਿਆ। ਕੁਰਾਨ ਸ਼ਰੀਫ ਛੱਡ ਕੇ ਇੱਕ ਕਾਫਰ ਗੁਰੂ ਦਾ ਕਲਮਾ ਪੜੀ ਜਾ ਰਹੀ ਏ। ਫਿਰ ਆਵਾਜ਼ ਦਿੱਤੀ। ਜਦੋਂ ਇਹਦੀ ਆਵਾਜ਼ ਨਸੀਰਾਂ ਦੇ ਕੰਨਾਂ ਵਿੱਚ ਪਈ, ਦੌੜੀ ਆਈ। 2 ਸਰੀਰ ਇੱਕ ਰੂਪ ਹੋ ਗਏ। ਉਹ ਸ਼ਿੰਦਾ ਵੀਰ ਜਿਹਨੂੰ ਕਦੇ ਦਿੱਲੀ ਦੇ ਬਾਜ਼ਾਰਾਂ ਵਿੱਚ ਆਪਣੇ ਕਲਾਵੇ ਤੇ ਚੁੱਕ ਕੇ ਖੜਾਇਆ ਕਰਦੀ ਸੀ। ਜਦੋਂ ਸ਼ਿੰਦਾ ਵੀਰ ਦੇਖਿਆ 2 ਸਰੀਰ ਇੱਕ ਰੂਪ ਹੋ ਗਏ, ਕੁਝ ਮਿੰਟਾਂ ਬਾਅਦ ਬੋਲੀ, ਕਹਿਣ ਲੱਗੀ ਵੀਰਾ ਆ ਲਾਹੋ ਲਸ਼ਕਰ ਲੈ ਕੇ ਫੌਜਾਂ ਲੈ ਕੇ ਕਿੱਧਰ ਨੂੰ ਚੜ੍ਹਾਈ ਕੀਤੀ ਏ? ਕਹਿਣ ਲੱਗਾ ਭੈਣੇ ਮੈਂ ਆਨੰਦਪੁਰ ਨੂੰ ਚੱਲਿਆ ਹਾਂ। ਜਦੋਂ ਇਹ ਗੱਲ ਆਖੀ ਨਸੀਰਾਂ ਕਹਿਣ ਲੱਗੀ ਮੈਂ ਵਾਰੀ ਜਾਵਾਂ ਉਹਨਾਂ ਰਾਹਾਂ ਦੇ। ਵੀਰਾ ਜਿਨੀ ਰਾਹੀਂ ਤੂੰ ਚੱਲ ਕੇ ਆਇਆ ਤੈਨੂੰ ਕਿਵੇਂ ਸੋਝੀ ਆ ਗਈ? ਤੂੰ ਕਲਗੀਧਰ ਪਿਤਾ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਏ? ਕਹਿਣ ਲੱਗਾ ਨਹੀਂ ਭੈਣੇ ਤੂੰ ਗਲਤ ਸਮਝਿਆ। ਉਹਨੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵਕਤ ਵਿੱਚ ਪਾਇਆ ਹੋਇਆ ਏ। ਮੈਂ ਉਹਦੇ ਉੱਤੇ ਚੜ੍ਹਾਈ ਕਰਕੇ ਚੱਲਿਆ ਹਾਂ। ਜਦੋਂ ਇਹ ਗੱਲ ਆਖੀ ਨਸੀਰਾਂ ਕਹਿਣ ਲੱਗੀ ਵੀਰਾ ਹੋਸ਼ ਨਾਲ ਗੱਲ ਕਰ। ਉਹ ਤੇ ਗੁਰੂਆਂ ਚੋਂ ਗੁਰੂ, ਪੀਰਾਂ ਚੋਂ ਪੀਰ, ਵਲੀਆਂ ਚੋਂ ਵਲੀ, ਪੈਗੰਬਰਾਂ ਚੋਂ ਪੈਗੰਬਰ, ਗਿਆਨੀਆਂ ਚੋਂ ਬ੍ਰਹਮ ਗਿਆਨੀ, ਉਹਨਾਂ ਦੇ ਤੇ ਦਰਸ਼ਨ ਕਰਕੇ ਇਹ ਖਲਕਤ ਤਰਦੀ ਏ, ਮਨ ਸ਼ਾਂਤ ਹੋ ਜਾਂਦਾ। ਕੀ ਤੂੰ ਖੁਦਾ ਦੇ ਉੱਤੇ ਚੜ੍ਹਾਈ ਕਰਕੇ ਚੱਲਿਆ? ਵੱਡੀ ਭੈਣ ਨੇ ਆਪਣੇ ਵੀਰ ਨੂੰ ਥੋੜਾ ਜਿਹਾ ਪਿੱਛੇ ਧੱਕਿਆ। ਕਹਿਣ ਲੱਗੀ ਜਰਾ ਹੋਸ਼ ਨਾਲ ਗੱਲ ਕਰ। ਬਈ ਸੁਣੀ ਗੱਲ ਜਦੋਂ ਨਸੀਰਾ ਹੋਇਆ ਦਿਲ ਲੀਰਾ ਲੀਰਾ। ਕਹਿੰਦੀ ਪਾ ਗਲ ਵਿੱਚ ਪੱਲਾ, ਵੀਰਾ ਕਿਉਂ ਹੋਇਆ ਝੱਲਾ। ਲੈਣਾ ਕੀ ਫਕੀਰਾਂ ਨੂੰ ਸਤਾ ਕੇ, ਨਾ ਜਾਵੀਂ ਮੇਰੇ ਚੰਨ ਵੀਰ ਵੇ ਫੌਜ 10ਵੇਂ ਗੁਰੂ ਤੇ ਚੜਾ ਕੇ। ਕਹਿੰਦਾ ਭੈਣੇ ਰਾਹ ਛੱਡ ਦੇ ਮੇਰਾ, ਕਾਹਤੋਂ ਕਰ ਰਹੀ ਅਵੇਰਾ। ਮੈਥੋਂ ਨਹੀਂ ਰੁਕਿਆ ਜਾਂਦਾ, ਬਦਲਾ ਵੱਢ ਵੱਢ ਕੇ ਖਾਂਦਾ। ਕਰਾਂਗਾ ਮੈਂ ਗੁਰਾਂ ਤੇ ਚੜਾਈ, ਨੀ ਜਿਹਨੂੰ ਤੁਸੀਂ ਗੁਰੂ ਆਖਦੇ ਉਹਦੀ ਦੇਖਾਂਗਾ ਮੈਦਾਨ 'ਚ ਖਦਾਈ। ਤੇ ਭੈਣ ਦੇ ਦਿਲ ਅੰਦਰ ਫਿਰ ਪਿਆਰ ਜਾਗਿਆ। ਕਹਿੰਦੀ ਪੀਰਾਂ ਦਾ ਪੀਰੋ ਪੂਰਾ, ਵੀਰਾਂ ਦਾ ਵੀਰੋ ਸੂਰਾ। ਉਹਦੇ ਨਾਲ ਜੋ ਵੀ ਅੜਿਆ ਆਖਰ ਨੂੰ ਉਹ ਝੜਿਆ। ਮੁੜੇ ਸਾਰੇ ਹਾਰਾਂ ਖਾ ਕੇ, ਨਾ ਜਾਵੀਂ ਮੇਰੇ ਚੰਨ ਵੀਰ ਵੇ ਫੌਜ 10ਵੇਂ ਗੁਰੂ ਤੇ ਚੜਾ ਕੇ। ਕਹਿੰਦਾ ਜਾਵਾਂਗਾ ਮੈਂ ਹਰ ਹਾਲਤ, ਵੇਖਾਂਗਾ ਉਹਦੀ ਤਾਕਤ। ਕਿੱਡਾ ਉਹ ਯੋਧਾ ਭਾਰੀ, ਪਰਖੀ ਜੂ ਤਾਕਤ ਸਾਰੀ। ਸੈਦ ਖਾਨ ਨੇ ਜਾਂ ਤੇਗ ਚਲਾਈ, ਨੀ ਜਿਹਨੂੰ ਤੁਸੀਂ ਗੁਰੂ ਆਖਦੇ ਉਹਦੀ ਦੇਖਾਂਗਾ ਮੈਦਾਨ 'ਚ ਖਦਾਈ। ਕਹਿਣ ਲੱਗਾ ਭੈਣੇ ਜੇ ਮੈਂ ਉਹਨੂੰ ਜਿੱਤਣ ਵਿੱਚ ਸਫਲ ਹੋ ਗਿਆ ਤੇ ਆਉਣ ਵਾਲੀਆਂ ਨਸਲਾਂ ਯਾਦ ਕਰਨਗੀਆਂ ਕਿ ਸਾਡਾ ਕੋਈ ਵੱਡਾ ਵਡੇਰਾ ਹੋਇਆ ਸੀ, ਤੇਗਾ ਮਾਰ ਗਿਆ, ਸੁੱਖ ਭੋਗ ਰਹੇ ਆ। ਪਰ ਨਸੀਰਾਂ ਸਤਿਗੁਰਾਂ ਦੇ ਪਿਆਰ ਵਿੱਚ ਰੰਗੀ ਹੋਈ ਆਪਣੇ ਛੋਟੇ ਵੀਰ ਨੂੰ ਸਮਝਾਉਣ ਦਾ ਯਤਨ ਕਰ ਰਹੀ ਏ। ਪਰ ਵੀਰ ਜਵਾਨੀ ਦੇ ਜਰਨੈਲੀ ਦੇ ਨਸ਼ੇ ਵਿੱਚ ਹੋਸ਼ੋ ਹਵਾਸ ਗਵਾ ਚੁੱਕਾ ਹੈ। ਹੰਕਾਰ ਵਿੱਚ ਆਪਣੀ ਵੱਡੀ ਭੈਣ ਨੂੰ ਕੀ ਜਵਾਬ ਦਿੰਦਾ? ਸਢੌਰੇ ਦੀ ਧਰਤੀ ਤੇ ਭੈਣ ਤੇ ਵੀਰ ਦੇ ਸਵਾਲ ਜਵਾਬ ਪ੍ਰਸ਼ਨ ਉੱਤਰ ਇਉਂ ਹੁੰਦਾ। ਖਾੜੀ ਗਈ ਸੀ ਘੋੜੇ ਦੀਆਂ ਬਾਗਾਂ ਨੂੰ, ਸੋਹਣੇ ਮੁਖ ਚੋਂ ਪਿਆਰ ਵਾਲੇ ਰਾਗਾਂ ਨੂੰ। ਜਾ ਕੇ ਵਰਗੀ ਤੇ ਛੇੜੀਏ ਨਾ ਨਾਗਾਂ ਨੂੰ, ਤੇ ਤਾਂ ਛੜ ਕੇ ਕੀ ਲੈਣਾ ਟਾਕੇ ਮੂੰਹ ਡੈਣ ਦੇ। ਵੀਰਾ ਮੁੜ ਜਾ ਪਛਾਂ ਨੂੰ ਆਖੇ ਲੱਗ ਪੈਣ ਦੇ, ਵੀਰਾ ਮੁੜ ਜਾ ਪਛਾਂ ਨੂੰ ਆਖੇ ਲੱਗ ਪੈਣ ਦੇ। ਆਨੰਦਪੁਰੀ ਢਾਵਾਂ ਮੈਂ, ਉੱਤੇ ਪੜ ਕੇ ਨਮਾਜ਼ ਹਲਵਾਵਾਂ ਮੈਂ। ਥਾਂ ਕੇਸਰੀ ਦੀ ਹੈਦਰੀ ਚਲਾਵਾਂ ਮੈਂ। ਐਵੇਂ ਕਹਿਰਾ ਜਈਆਂ ਗੱਲਾਂ ਕਰਕੇ ਤੂੰ ਹੋੜਨਾ, ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ। ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ।
500 ਮਰੀਦ ਮਰਵਾਏ ਕੇ ਮੈਨੂੰ ਬਹੁਤੇ ਉਪਦੇਸ਼ਾਂ ਵਾਲੀ ਕੋਈ ਲੋੜ ਨਾ ਛੱਡ ਵਗ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਛੱਡ ਵਗ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਤੇ ਸੁੱਖ ਦੇਣੀ ਸਾਗਰ ਸੁਕਾਇਆ ਵੇ ਅੰਗ ਚਿੱਤਣਾ ਮੈਂ ਖੰਜਰਾਂ ਦੀ ਨੋਕਣਾ ਉਹਦੇ ਬਣੇ ਹੈ ਦਿਲਾਂ ਦੇ ਤਾਈ ਚੋਣਾ ਤੋੜਨਾ ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਵਜਾਉਣਾ ਮੈਂ ਵੀਰ ਹਿੰਦ ਵਾਲਾ ਬਣ ਕੇ ਲਿਆਉਣਾ ਮੈਂ ਉਹਨੂੰ ਜਿੱਤੇ ਬਿਨਾ ਮੁੜ ਕੇ ਨਾ ਆਉਣਾ ਮੈਂ ਪੰਛੀ ਰਾਜਿਆਂ ਦੇ ਕਰੇ ਮੋਤੀਆਂ ਦੀ ਤੋੜਨਾ ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਛੱਡ ਵਾਗਾ ਪੈਣ ਮੈਨੂੰ ਜੰਗ ਵੱਲੋਂ ਮੋੜਨਾ ਘੋੜੇ ਨੂੰ ਅੱਡੀ ਲਾਈ ਭੈਣ ਦੇ ਘਰੋਂ ਰਵਾਨਾ ਹੋ ਗਿਆ 100 ਗਜ ਦੀ ਦੂਰੀ ਤੇ ਗਿਆ ਸੀ ਪਰ ਵੱਡੀ ਭੈਣ ਦੇ ਦਿਲ ਵਿੱਚ ਪਿਆਰ ਨੇ ਠਾਠਾਂ ਮਾਰੀਆਂ ਮਗਰ ਦੌੜੀ ਗਈ ਸਰੀਰ ਭਾਰਾ ਸੀ ਬਿਰਧ ਹੋ ਚੁੱਕੀ ਸੀ ਦੌੜੀ ਜਾਂਦੀ ਦਾ ਦਮ ਪਟਿਆ ਗਿਆ ਇੱਕ ਨੀਤੀ ਵਾਲਾ ਲਿਖਦਾ ਚੱਕੀ ਮਰਦ ਤੇ ਛਿਟੀ ਤਰੰਗ ਤਾਈ ਤੁਰਨਾ ਤੀਵੀਂ ਨੂੰ ਕੰਮ ਨਜੂਲ ਤਿੰਨੇ ਇਸਤਰੀ ਜਾਤੀ ਬਹੁਤਾ ਭੱਜ ਨਹੀਂ ਸਕਦੀ ਵੱਡੀ ਸੀ ਸਿਆਣੀ ਸੀ ਦਮ ਪਟਿਆ ਗਿਆ ਫਿਰ ਜਾ ਕੇ ਘੋੜੇ ਦੀਆਂ ਵਾਗਾਂ ਫੜ ਲੀਆਂ ਮਨ ਅੰਦਰ ਤਰਸ ਆਇਆ ਇਹ ਵੱਡੀ ਭੈਣ ਨੇ ਪੁੱਤਾਂ ਵਾਂਗ ਪਾਲਿਆ ਸੀ ਇਹ ਛੋਟਾ ਭਰਾ ਤੇ ਪਰ ਅੱਜ ਖੁਦਾ ਤੇ ਚੜ੍ਹਾਈ ਕਰਕੇ ਚੱਲਿਆ ਰਿਹਾ ਨਾ ਗਿਆ ਜਾ ਕੇ ਵਾਗਾਂ ਫੜ ਲੀਆਂ ਬਈ ਸੁਣ ਕੇ ਭੈਣ ਬੋਲੀ ਵੀਰਾ ਹੋਸ਼ ਕਰ ਵੇ ਏਡਾ ਵਿੱਚ ਹੰਕਾਰ ਦੇ ਆ ਨਹੀਂ ਉਹਦੇ ਨਾਲ ਮੁਕਾਬਲਾ ਕੀ ਤੇਰਾ ਜੁਗਨੂ ਸੂਰਜ ਨੂੰ ਚਮਕ ਦਿਖਾ ਨਹੀਂ ਕਿਹੜਾ ਜੰਮਿਆ ਗੁਰਾਂ ਨੂੰ ਫਤਿਹ ਕਰ ਲੂ ਇਹ ਗੱਲ ਚਿੱਤ ਦੇ ਵਿੱਚ ਲਿਆ ਨਹੀਂ ਵਾਗਾਂ ਮੋੜ ਪਿਛਾ ਮੁੜ ਜਾ ਵੀਰਾ ਤੇ ਭੈੜੀ ਹਿਰਸ ਨੂੰ ਹੋਰ ਵਧਾ ਨਹੀਂ ਕਹਿੰਦੀ ਤੂੰ ਤਾਂ ਕਰੇ ਚੜਾਈ ਨਾ ਗੁਰਾਂ ਉੱਤੇ ਜੇਕਰ ਕਮਲਿਆ ਤੁਧ ਨੂੰ ਸਾਰ ਹੋਵੇ ਜੇ ਨਾ ਮੰਨੇ ਇਹੋ ਆਖਦੀਆਂ ਤੇਰੀ ਹਾਰ ਹੋਵੇ ਤੇਰੀ ਹਾਰ ਹੋਵੇ ਆਸ਼ੀਰਵਾਦ ਲੈਣ ਆਇਆ ਸੀ ਪਰ ਭੈਣ ਨੇ ਵੱਧ ਦਵਾ ਦਿੱਤੀ ਸੰਖੇਪ ਵਿੱਚ ਦੱਸਣ ਲੱਗਾ ਕਿ ਨਸੀਰਾ ਇਹ ਸਤਿਗੁਰ ਦੀ ਸ਼ਰਧਾਲੂ ਕਿਵੇਂ ਬਣੀ ਜੰਗ ਭੰਗਾਣੀ ਹੋਇਆ
ਪੀਰ ਬੁੱਧੂ ਸ਼ਾਹ ਨੇ ਜਾਮਨੀ ਤੇ 500 ਮਰੀਦ ਭਰਤੀ ਕਰਾਏ ਸਨ ਮਹਾਰਾਜ ਦੇ ਚਰਨਾਂ ਵਿੱਚ, ਪਰ ਜੰਗ ਹੋਇਆ ਧੋਖਾ ਦੇ ਗਏ। ਇਹਨੂੰ ਪਤਾ ਲੱਗਾ ਮਰੀਦਾਂ ਨੂੰ, ਪੁੱਤਰਾਂ ਨੂੰ, ਭਤੀਜਿਆਂ ਨੂੰ, ਬਿਰਧ ਪਿਤਾ ਨੂੰ ਲੈ ਕੇ ਭੰਗਾਣੀ ਦੇ ਜੰਗ ਵਿੱਚ ਜੂਝਿਆ। ਜੰਗ ਜਿੱਤਿਆ ਗਿਆ, ਪਰ ਜੰਗ ਦੇ ਵਿੱਚ ਪੀਰ ਜੀ ਦਾ ਬਿਰਧ ਪਿਤਾ ਗੁਲਾਮ ਸ਼ਾਹ ਸ਼ਹੀਦ ਹੋ ਗਿਆ, 2 ਪੁੱਤਰ ਸ਼ਹੀਦ ਹੋ ਗਏ, ਭਤੀਜੇ ਸ਼ਹੀਦ ਹੋ ਗਏ, 400 ਮਰੀਦ ਵੀ ਸ਼ਹੀਦ ਹੋ ਗਿਆ, ਪਰ ਜੰਗ ਜਿੱਤਿਆ ਗਿਆ। ਮਹਾਰਾਜ ਜੰਗ ਜਿੱਤਣ ਤੋਂ ਬਾਅਦ ਬਖਸ਼ਿਸ਼ਾਂ ਦੇ ਰਹੇ ਸਨ ਤੇ ਪੀਰ ਪਿੱਛੇ ਬੈਠਾ। ਮਹਾਰਾਜ ਨੇ ਆਵਾਜ਼ ਮਾਰੀ, ਕਹਿਣ ਲੱਗੇ ਪੀਰ ਜੀ ਪੁੱਤਰ ਸ਼ਹੀਦ ਹੋ ਗਏ, ਕਿਤੇ ਦੁੱਖ ਤੇ ਨਹੀਂ, ਅਫਸੋਸ ਤੇ ਨਹੀਂ? ਨਹੀਂ ਮਹਾਰਾਜ, ਮੇਰੇ ਪੁੱਤ ਤੇ ਤੁਹਾਡੀ ਗੋਦੀ ਵਿੱਚ ਜਾ ਬਰਾਜੇ ਨੇ, ਇੱਕ ਮੁਸਲਮਾਨ ਬੰਦਾ ਹੈ, ਇਹ ਗੱਲ ਆਖ ਰਿਹਾ। ਮਹਾਰਾਜ ਨੇ ਸਿਦਕ ਦੇਖਿਆ, ਕਹਿਣ ਲੱਗੇ ਪੀਰ ਜੀ ਦੱਸੋ, ਦੌਲਤ ਦੇ ਕੇ ਬਾਗੋ ਬਾਗ ਕਰ ਦਈਏ, ਰਾਜ ਭਾਗ ਬਖਸ਼ਿਸ਼ ਕਰ ਦਈਏ, ਇੰਦਰਾਪੁਰੀ ਦਾ ਰਾਜ ਬਖਸ਼ਿਸ਼ ਕਰ ਦਈਏ? ਅੱਜ ਗੁਰੂ ਨਾਨਕ ਦਾ ਭੰਡਾਰਾ ਖੁੱਲ ਗਿਆ, ਜੋ ਮੰਗੋਗੇ ਸੋ ਮਿਲ ਜਾਵੇਗਾ। ਪਰ ਪੀਰ ਕਹਿਣ ਲੱਗਾ ਨਹੀਂ ਮਹਾਰਾਜ, ਨਾ ਮੈਨੂੰ ਰਾਜ ਭਾਗ ਚਾਹੀਦਾ, ਨਾ ਦੌਲਤ ਚਾਹੀਦੀ ਏ। ਮਹਾਰਾਜ ਨੇ ਆਖਿਆ ਬਈ ਤੇਰੇ ਪੁੱਤਰਾਂ ਦੀ ਕੁਰਬਾਨੀ ਸਦਾ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖੀ ਜਾਏਗੀ, ਪੜ੍ਹੀ ਜਾਏਗੀ। ਕੁਝ ਨਾ ਕੋਈ ਤੇ ਮੰਗ। ਇਸ ਮਨੁੱਖ ਨੇ ਰਾਜ ਮੰਗਿਆ, ਦੌਲਤ ਮੰਗੀ ਨਹੀਂ। ਹੱਥ ਜੋੜ ਕੇ ਪਤਾ ਕੀ ਆਖਣ ਲੱਗਾ? ਮਹਾਰਾਜ ਚੰਦਨ ਦੀ ਚੌਂਕੀ ਤੇ ਬੈਠੇ ਨੇ, ਕੇਸਾਂ ਨੂੰ ਕੰਘਾ ਕਰ ਰਹੇ ਨੇ। ਕਹਿਣ ਲੱਗਾ ਮਹਾਰਾਜ ਜੇ ਤਰੁੱਠੇ ਹੋ, ਆ ਜਿਸ ਪਵਿੱਤਰ ਕੰਘੇ ਦੇ ਨਾਲ ਆਪਣੇ ਕੇਸ ਸਵਾਰਦੇ ਹੋ, ਇਹ ਬਖਸ਼ਿਸ਼ ਕਰਦੇ ਹੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕੰਘਾ ਦੇਣ ਲੱਗੇ, ਕੰਘੇ ਵਿੱਚ ਕੁਝ ਰੋਮ ਨੇ। ਨਹੀਂ ਮਹਾਰਾਜ ਰੋਮ ਨਾ ਕੱਢਿਓ, ਰੋਮਾਂ ਸਮੇਤ ਕੰਘਾ ਬਖਸ਼ਿਸ਼ ਕਰ ਦਿਓ। ਮਹਾਰਾਜ ਨੇ ਕੰਘਾ ਦੇਤਾ ਸਮੇਤ ਰੋਮਾਂ ਦੇ ਕੇਸਾਂ ਦੇ। ਹੋਰ ਕੁਛ ਚਾਹੀਦਾ? ਹਾਂ ਮਹਾਰਾਜ, ਜਿਹੜੀ ਸਭ ਤੋਂ ਪਹਿਲਾਂ ਛੋਟੀ ਕੇਸਕੀ ਸਜਾਉਂਦੇ ਜੇ ਨਾ, ਅੱਧੀ ਇਹ ਬਖਸ਼ਿਸ਼ ਕਰ ਦਿਓ। ਮਹਾਰਾਜ ਨੇ ਉਹ ਕੇਸਕੀ ਅੱਧੀ ਪਾੜ ਕੇ ਪੀਰ ਬੁੱਧੂ ਸ਼ਾਹ ਨੂੰ ਦੇਤੀ ਤੇ ਕੋਲ ਮਹੰਤ ਕਿਰਪਾਲ ਦਾਸ ਵੀ ਖੜਾ ਸੀ, 84 ਸਾਲ ਦਾ ਸੀ ਬਜ਼ੁਰਗ। ਇਹਨੇ ਵੀ ਬਹਾਦਰੀ ਦਿਖਾਈ ਸੀ, ਹਜ਼ਾਰ ਖਾਂ ਦਾ ਸਿਰ ਫਿਆਂ ਸੀ, ਅੱਧੀ ਇਹਨੂੰ ਬਖਸ਼ਿਸ਼ ਕਰ ਦਿੱਤੀ। ਪੀਰ ਜੀ ਹੋਰ ਕੁਛ ਚਾਹੀਦਾ? ਹਾਂ ਮਹਾਰਾਜ, ਖੱਬਾ ਚਰਨ ਚੁੱਕੋ। ਹਜੂਰ ਨੇ ਚਰਨ ਚੁੱਕਿਆ ਤੇ ਪੀਰ ਨੇ ਕਲਗੀਧਰ ਪਿਤਾ ਦੀ ਚਰਨ ਧੂੜੀ ਬੁੱਕ ਭਰ ਕੇ ਇੱਕ ਰੁਮਾਲ ਦੇ ਵਿੱਚ ਪਾ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਸਮੇਂ ਦੇ ਸੀਨ ਨੂੰ ਕਵੀ ਨੇ ਕਲਮਬੰਦ ਕੀਤਾ। ਮਹਾਰਾਜ ਨੇ ਆਖਿਆ ਬੋਲ ਕਿੰਨੀ ਦੌਲਤ ਚਾਹੀਦੀ ਏ? ਕਹਿੰਦਾ ਲੋੜ ਨਹੀਂ ਪ੍ਰੀਤਮਾ ਦੌਲਤਾਂ ਦੀ, ਬਸ ਚਾਹੀਦਾ ਇੱਕ ਦੀਦਾਰ ਤੇਰਾ। ਤੇਰੇ ਚਰਨਾਂ ਦੀ ਧੂੜ ਵਿੱਚ ਖੇਡਦਾ ਰਹਾ, ਬਣਿਆ ਰਹਾ ਦਰਦਾ ਸੇਵਾਦਾਰ ਤੇਰਾ। ਸੁਰਤੀ ਸਦਾ ਖੁਦਾ ਵਿੱਚ ਰਹੇ ਲੱਗੀ, ਰਹੇ ਸੀਸ ਤੇ ਹੱਥ ਸਰਕਾਰ ਤੇਰਾ। ਤੇਰੀ ਗੋਦ ਵਿੱਚ ਪੁੱਤ ਕੁਰਬਾਨ ਹੋ ਗਿਆ, ਮੈਨੂੰ ਖੁਸ਼ੀ ਕੇ ਲੱਥਾ ਉਹ ਦਾਗ ਮੇਰਾ। ਜੇਕਰ ਹੋਏ ਦਿਆਲ ਤੇ ਸਣੇ ਕੇਸਾਂ, ਕੰਘਾ ਚਾਹੀਦਾ ਪਾਵਨ। ਕਿਕਾਰ ਤੇਰਾ ਜਿਹੜਾ ਸੀਸ ਦੇ ਉੱਤੇ ਸਜਾਮਦੇ, ਉਹ ਮੰਗਾ ਇਹਦੇ ਚੋਂ ਅੱਧਾ। ਦਸਤਾਰ ਤੇਰਾ ਸਤਿਗੁਰੂ ਲੋਕ ਪਰਲੋਕ ਵਿੱਚ ਤੁਸੀਂ ਰਾਖੇ, ਤੇਰੀ ਸ਼ਰਨ ਬੰਦਾ ਗੁਨਾਹਗਾਰ ਤੇਰਾ। ਇਹ ਬਖਸ਼ਿਸ਼ਾਂ ਲੈ ਕੇ ਘਰੇ ਆਇਆ। ਨਸੀਰਾਂ ਨੇ ਜਦੋਂ ਦੇਖਿਆ, ਅੱਖਾਂ ਦੇ ਤਾਰੇ, ਜਿਗਰ ਦੇ ਟੁਕੜੇ, ਪੁੱਤਰ ਨਜ਼ਰ ਨਹੀਂ ਆਏ। ਸਵਾਲ ਕੀਤਾ, ਕਹਿੰਦੀ ਸਵਾਮੀ ਮੇਰੇ ਪੁੱਤਰ ਕਿੱਥੇ ਨੇ? ਮਹਾਰਾਜ ਨੇ ਆਖਿਆ ਨਸੀਰਾਂ ਤੇਰੇ ਪੁੱਤਰ ਉਹ ਤੇ ਕਲਗੀਧਰ ਪਿਤਾ ਤੋਂ ਕੁਰਬਾਨ ਕਰ ਦਿੱਤੇ ਨੇ। ਵਾਰ ਕੇ ਆ ਗਿਆ, ਹੈਰਾਨ ਹੋ ਗਈ। ਮਾਂ ਦਾ ਦਿਲ ਸੀ ਹੌਕਾ ਲਿਆ, ਕਹਿਣ ਲੱਗੀ ਪੁੱਤਰ ਕੁਰਬਾਨ ਕਰਾ ਕੇ ਆ ਗਿਆ, ਦੱਸ ਪੁੱਤਰਾਂ ਬਦਲੇ ਤੈਨੂੰ ਕਲਗੀਧਰ ਪਿਤਾ ਨੇ ਕੀ ਦਿੱਤਾ? ਇਹਨੇ ਉਹ ਕੰਘਾ ਦਿਖਾਇਆ। ਕਹਿੰਦਾ ਸਤਿਗੁਰਾਂ ਦੀ ਬਖਸ਼ਿਸ਼ ਇਹ ਉਹ ਕੰਘਾ ਜੋ ਸਤਿਗੁਰਾਂ ਦੇ ਪਵਿੱਤਰ ਕੇਸ ਵਾਰਦਾ ਸੀ। ਕਹਿਣ ਲੱਗੀ ਲੱਕੜ ਦਾ ਕੰਘਾ 2-4 ਰੁਪਏ ਬਦਲੇ ਪੁੱਤਰ ਕੁਰਬਾਨ ਕਰਾ ਕੇ ਆ ਗਿਆ। ਨਹੀਂ ਤਸੱਲੀ ਹੋਈ, ਹੋਰ ਕੀ ਦਿੱਤਾ? ਇਹਨੇ ਉਹ ਚਰਨ ਧੂੜ ਕੱਢੀ ਕਿ ਆ ਚਰਨ ਧੂੜ ਤੋਂ ਮੈਂ ਪੁੱਤਰ ਨਿਸ਼ਾਵਰ ਕਰਕੇ ਆ ਗਿਆ। ਕਹਿਣ ਲੱਗੀ ਇਹ ਤਾਂ ਮਿੱਟੀ ਏ। ਪੀਰ ਕਹਿਣ ਲੱਗਾ ਨਹੀਂ ਨਸੀਰਾਂ ਮਿੱਟੀ ਨਹੀਂ, ਇਹਦੀ ਸ਼ਕਤੀ ਦੇਖਣੀ ਚਾਹੁੰਦੀ ਏ। ਪੀਰ ਜੀ ਨੇ ਚੁਟਕੀ ਭਰੀ ਤੇ ਨਸੀਰਾਂ ਦੇ ਮੱਥੇ ਨੂੰ ਘੁੱਟ ਕੇ ਲਾਈ ਤੇ ਨਸੀਰਾਂ ਦੇ ਵਿੱਚੋਂ, ਸਰੀਰ ਦੇ ਵਿੱਚੋਂ ਇਹਦੀ ਆਤਮਾ ਸੱਚਖੰਡ ਅਡਾਰੀ ਲਾ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕੀ ਦੇਖਦੀ ਏ? 5ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਦੀ ਗੋਦ ਵਿੱਚ ਪੁੱਤਰ ਇਹਦੇ ਖੇਡ ਰਹੇ ਨੇ। ਫਿਰ ਆਤਮਾ ਸਰੀਰ ਵਿੱਚ ਆ ਗਈ, ਤਸੱਲੀ ਹੋ ਗਈ ਕਿ ਮੇਰੇ ਪੁੱਤਰ ਮਰੇ ਨਹੀਂ, ਉਹ ਤੇ ਸੱਚਖੰਡ ਜਾ ਬਰਾਜੇ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਸ ਦਿਨ ਤੋਂ ਸ਼ਰਧਾਲੂ ਬਣ ਗਈ। ਇਹ ਕਲਗੀਧਰ ਪਿਤਾ ਦੀ ਆਰਾਧਨਾ ਕਰਦੀ ਏ। ਪਰ ਸੈਦ ਖਾਨ ਰੁਕਿਆ ਨਾ।
ਸੁਢੌਰਿਓ ਚਲਿਆ ਕੀਰਤਪੁਰ ਪਹੁੰਚ ਗਿਆ। ਭੈਣ ਦੇ ਘਰੋਂ ਤੁਰ ਪਿਆ ਸੈਦ ਖਾਂ ਜਰਨੈਲ। ਉਹਦਾ ਜੁੱਸਾ ਵਾਂਗ ਫਲਾਦ ਦੇ ਗੱਭਰੂ ਡਾਢਾ ਸ਼ਹਿਰ। ਉਹਦੀ ਤੋਰ ਮਟਕਵੀਂ ਦੇਖ ਕੇ ਅੱਜ ਮੋਰ ਵੀ ਭੁੱਲ ਗਿਆ ਪੈਰ। ਉਹਦੀ ਧਬਕ ਤਬਾਈ ਧੌਂਸਿਆ ਗਈ ਦੁਹਾਈ ਦੈਰ। ਬਈ ਮੱਥਾ ਲਾ ਦਸ਼ਮੇਸ਼ ਨਾਲ ਕਿਹੜਾ ਜਿੱਤਿਆ ਸ਼ਹਿਰ। ਕਿਵੇਂ ਢਾਵੇ ਕੋਈ ਆਣ ਕੇ ਸਿੱਖੀ ਨਹੀਂ ਰੇਤ ਦਾ ਮਹਿਰ। ਉੱਥੇ ਸਿੱਖ ਮਲਵਈ ਦਬਾਬੀਏ ਤੇ ਇਕੱਠੇ ਹੋਏ ਮਹਿਲ। ਅੱਜ ਸਹਿਦੇ ਦੀ ਨਿਰਦੋਸ਼ ਜੀ ਕਿਵੇਂ ਮਨ ਦੀ ਲਾਉਂਦੇ ਮੈਲ। ਚੜ ਸੈਦ ਖਾਂ ਸ਼ਹਿਰ ਸੁਢੌਰਿਓ ਕੀਰਤਪੁਰ ਆਇਆ। ਉਹਨੇ ਇੱਕ ਇੱਕ ਬੰਦਾ ਫੌਜ ਦਾ ਕੋਲੇ ਮੰਗਵਾਇਆ। ਕਹਿੰਦਾ ਹਾਜੀ ਕਾਜੀ ਸ਼ਰਾ ਦੇ ਜਿਹੜਾ ਜਗਤ ਨੂੰ ਆਇਆ ਤੁਸੀਂ ਅੱਜ ਸਿੱਖਾਂ ਨੂੰ ਘੇਰ ਲਓ ਬੜਾ ਮੌਕਾ ਥਿਆਇਆ। ਉਹਦੇ ਜੰਗੀ ਕਿਲੇ ਘੇਰ ਕੇ ਕਰ ਦਿਓ ਸਫਾਇਆ। ਉਹਦੀ ਪੰਛੀਪੁਰੀ ਆਨੰਦ ਨੂੰ ਮੈਂ ਚਾਹੁੰਨਾ ਢਾਇਆ। ਇਹਨੇ ਆਨੰਦਪੁਰ ਸਾਹਿਬ ਨੂੰ ਆ ਕੇ ਘੇਰਾ ਪਾ ਲਿਆ। ਦਿਨ ਚੜਿਆ ਬਈ ਜੰਗ ਸ਼ੁਰੂ ਹੋ ਗਿਆ। ਮਹਾਰਾਜ ਨੂੰ ਖਬਰਾਂ ਮਿਲ ਗਈਆਂ। ਸਿੱਖ ਕਹਿਣ ਲੱਗੇ ਮਹਾਰਾਜ ਜਰਨੈਲ ਦਿੱਲੀੋਂ ਚੜ੍ਹਾਈ ਕਰਕੇ ਆ ਗਿਆ। ਮਹਾਰਾਜ ਕਹਿਣ ਲੱਗੇ 2-4 ਦਿਨ ਆਰਾਮ ਕਰਨ ਦਿਓ ਬੜਾ ਲੰਮਾ ਸਫ਼ਰ ਤੈਅ ਕਰਕੇ ਆਇਆ। ਪਰ ਜਿਹੜਾ ਜਵਾਨੀ ਦੇ ਜਰਨੈਲੀ ਦੇ ਹੰਕਾਰ ਵਿੱਚ ਆਇਆ ਸੀ ਉਹਨੇ ਕਿੱਥੋਂ ਆਰਾਮ ਕਰਨਾ ਸੀ। ਦਿਨ ਚੜਿਆ ਹੱਲਾ ਬੋਲ ਦਿੱਤਾ। ਲੋ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਤਲਵਾਰ ਖੜਕਣ ਲੱਗ ਪਈ ਦੋਹਾਂ ਪਾਸਿਆਂ ਤੋਂ। ਵੀ ਰਣ ਵਿੱਚ ਆ ਕੇ ਸੂਰਮੇ ਦੋਹੀਂ ਪਾਸੇ ਜੁੱਟੇ। ਉੱਥੇ ਤੀਰ ਤੇ ਆਏ ਰੱਤ ਦੇ ਚਿੱਲਿਆਂ ਤੋਂ ਛੁੱਟੇ। ਹਿੱਕਾਂ ਹੋ ਗਈਆਂ ਛਾਨਣੀ ਕਈ ਮੱਥੇ ਫੁੱਟੇ ਤੇ ਲੱਥ ਗਏ ਸਿਰ ਧੜਾਂ ਤੋਂ ਧੜ। ਰਹਿ ਗਏ ਬੁੱਟੇ ਤੀਰ ਚੱਲੇ ਤਲਵਾਰਾਂ ਲਿਸ਼ਕੀਆਂ ਤੋਪਾਂ ਦਣ ਦਣਾਈਆਂ। ਜੰਗ ਹੋ ਰਿਹਾ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ। ਕੈਸਾ ਕਵੀ ਲਿਖਦਾ ਵੀ ਗੈਕਰ ਖੰਡੇ ਅਤਰ ਮੰਡੇ ਅਰਨ ਬਿਖੰਡੇ ਰਣ ਭੂਮੇ ਯੋਗਨ ਕਿਲਕਾਰੀ ਦਹਿ ਦਹਿਕਾਰੀ ਆਪ ਮੁਖਚਾਰੀ ਬਹੁ ਘੂਮੇ ਲੱਗੇ ਤਨ ਫੁੱਟੇ ਪਿਛੇ ਨਾ ਹੁਟੇ ਗੁਰ ਲਾਲੇ ਜੰਬੂਰਨ ਗਰਜੇ ਤੁਪਕ ਤਰਜੇ ਕੈਰ ਲਾਜੇ ਮੁੱਦ ਸੂਰੇ ਮਾਰੂ ਵੱਜਤ ਕੈਰ ਲੱਜਤ ਧੌਸੇ ਤੜਕ ਆਸਿਮ ਗੱਜ ਗਿਰਨ ਕੇ ਗਹਿ ਲਾਤੇ ਗਹਿ ਗੱਜ ਜੰਗ ਹੋਇਆ। ਸੈਦ ਖਾਂ ਦੇ ਟਾਕਰੇ ਤੇ ਸੁਜਾਦ ਬੇਗ ਇਹ ਵੀ ਇੱਕ ਮੁਸਲਮਾਨ ਬੰਦਾ ਪਰ ਸਿੱਖਾਂ ਵੱਲੋਂ ਮਹਾਰਾਜ ਵੱਲੋਂ ਜੰਗ ਦੀ ਅਗਵਾਈ ਕਰ ਰਿਹਾ ਸੀ। ਸਾਹਮਣੇ ਆਇਆ ਸੈਦ ਖਾਂ ਨੇ ਆਖਿਆ ਉਹ ਸੁਜਾਦ ਬੇਗ ਮੈਂ ਤੇਰੇ ਨਾਲ ਲੜਨ ਵਾਸਤੇ ਨਹੀਂ ਆਇਆ। ਮੈਂ ਕਲਗੀਧਰ ਪਿਤਾ ਦੇ ਨਾਲ ਟਾਕਰਾ ਕਰਨ ਵਾਸਤੇ ਆਇਆ। ਉਹਨੂੰ ਕੱਲ ਬਗਾਨੇ ਪੁੱਤ ਕਿਉਂ ਮਰਵਾਰਿਆ ਏ। ਸੁਜਾਦ ਬੇਗ ਨੇ ਆਖਿਆ ਜੇ ਪਹਿਲਾਂ ਮੇਰੇ ਨਾਲ ਜੰਗ ਕਰੇਗਾ ਤਾਂ ਹੀ ਕਲਗੀਧਰ ਪਿਤਾ ਦੇ ਸਾਹਮਣੇ ਜਾ ਕੇ ਜੰਗ ਲੜ ਸਕੇਗਾ। ਸੈਦ ਖਾਂ ਡਰ ਗਿਆ। ਇਹ ਜਾਣਦਾ ਸੀ ਕਿ ਸੁਜਾਦ ਬੇਗ ਤਲਵਾਰ ਦਾ ਬੜਾ ਧਨੀ ਏ। ਜੇ ਇਹਦਾ ਪਹਿਲਾਂ ਵਾਰ ਚੱਲ ਗਿਆ ਤੇ ਹੋ ਸਕਦਾ ਮੇਰੇ ਦਿਲ ਦੇ ਅਰਮਾਨ ਦਿਲ ਵਿੱਚ ਨਾ ਰਹਿ ਜਾਣ। ਕਹਿਣ ਲੱਗਾ ਸੁਜਾਦ ਬੇਗ ਇੱਕ ਮੁਸਲਮਾਨ ਮੋਮਨ ਹੋ ਕੇ ਸਿੱਖਾਂ ਵੱਲੋਂ ਲੜ ਰਿਹਾ ਮੇਰੇ ਵੱਲ ਆ ਜਾ ਰਲ ਕੇ ਚੜ੍ਹਾਈ ਕਰਾਂਗੇ ਅੱਧਾ ਇਨਾਮ ਤੈਨੂੰ ਵੀ ਦੇ ਦੇਵਾਂਗਾ। ਪਰ ਜਦੋਂ ਇਹਨੇ ਤਾਨਾ ਮਾਰ ਕੇ ਸੁਜਾਦ ਬੇਗ ਦਾ ਈਮਾਨ ਡੋਲਣਾ ਚਾਹਿਆ। ਸ਼ਾਇਰ ਲਿਖਦਾ ਕੈਸਾ ਮੈਦਾਨ ਵਿੱਚ ਦੋਨੇ ਜਰਨੈਲ ਘੋੜੇ ਤੇ ਸਵਾਰ ਨੇ। ਸੈਦ ਖਾਂ ਬੋਲੇ ਅੱਗੋਂ ਭਰਿਆ ਗਮਾਨ ਦਾ ਅੱਖੀ ਰਤ ਡੁੱਲਣ ਚਿਹਰਾ ਭਖਦਾ ਜਵਾਨ ਦਾ। ਕਹਿੰਦਾ ਸੁਜਾਦ ਬੇਗ ਨੂੰ ਅੱਲਾ ਹੈ ਜਾਣਦਾ ਤੇਰੇ ਤੇ ਵਾਰ ਕਰਾਂ ਨਾ ਬੱਧਾ ਈਮਾਨ ਦਾ ਮਾਰੀ ਮਤ ਤੇਰੀ ਦਾਗ ਕੁੱਲ ਨੂੰ ਲਗਾਇਓ ਈ ਤੇ ਕਾਫਰ ਦੇ ਪਿੱਛੇ ਲਾ ਕੇ ਦੀਨ ਗਵਾਇਓ ਈ ਕਾਫਰ ਦੇ ਮਗਰ ਕਮਲਿਆ। ਬੋਲੇ ਸੁਜਾਦ ਮੁਖੋਂ ਵਾਹਿਗੁਰੂ ਉਚਾਰ ਕੇ ਉਹ ਸੱਚ ਦੇ ਬਚਨ ਸੈਦ ਖਾਂ ਵੇਖੀ ਉਚਾਰ ਕੇ ਆਇਓ ਚੜ ਕਲਗੀਧਰ ਤੇ ਜਾਵੇਂਗਾ ਹਾਰ ਕੇ ਆਫਤ ਗਲ ਪਾਲੀ ਸੁੱਤਾ ਸ਼ੇਰ ਲਲਕਾਰ ਕੇ ਅਜੇ ਵੀ ਚਰਨ ਪਕੜ ਲੈ ਛੱਡ ਦੇ ਹੰਕਾਰ ਨੂੰ ਕਾਫਰ ਨਾ ਆਖ ਬੇਸਮਝਾ ਰੱਬੀ ਅਵਤਾਰ ਨੂੰ। ਕਹਿ ਲੱਗਾ ਉਹਨੂੰ ਘੱਲ। ਉਹ ਰੋਹ ਭਰਿਆ ਸੈਦ ਖਾਂ ਬੋਲਿਆ ਦੋਹਾਂ ਨੇਤਰਾਂ ਚੋਂ ਅੱਗ ਬਰਸਾ ਐਡਾ ਸੂਰਮਾ ਹਿੰਦ ਦਾ ਪੀਰ ਜੇ ਆਵੇ ਸਾਹਮਣੇ ਤੇਗ ਉਠਾ ਉਹਲੇ ਵਾਂਗ ਕੈਰਾਂ ਦੇ ਲੁਕ ਕੇ ਤੇ ਰਿਹਾ ਓਪਰੇ ਪੁੱਤ ਮਰਵਾ ਉਹਨੂੰ ਲੁਕੇ ਨੂੰ ਕਦੇ ਨਹੀਂ ਛੱਡਣਾ। ਜਿਹੜੇ ਚੜ ਕੇ ਗਏ ਨੇ ਆ ਅਰਸ਼ ਕੰਬਦਾ ਕਮਾਨ ਦੀ ਤੜਾਕ ਤੋਂ ਤੇ ਮੇਰੀ ਤੇਗ ਕੋਲੋਂ ਕੰਬਦਾ ਖੁਦਾ ਧੁੰਮਾਂ ਜੀਦੀਆਂ ਨਹੀਂ ਪਈਆਂ ਸਾਰੇ ਜੱਗ ਤੇ ਮੇਰੇ ਸਾਹਮਣੇ ਤੇ ਉਸ ਨੂੰ ਲਿਆ ਤੇ ਵਾਰ ਇੱਕ ਵੀ ਜੇ ਰੋਗਿਆ ਸੀਤਲਾ ਦੇ ਸੈਦ ਖਾਂ ਨਾਮ ਵਗਾ। ਕਹਿ ਲਗਾ ਮੇਰਾ ਨਾਂ ਵਟਾ ਦੇਈ। ਜਦੋਂ ਇਹਨੇ ਵੰਗਾਰਿਆ ਇਹਦੇ ਬੋਲ ਕਲਗੀਧਰ ਪਿਤਾ ਦੇ ਕੰਨਾਂ ਵਿੱਚ ਜਾ ਗੂੰਜੇ ਹਵਾ ਦੇ ਬੁੱਲਿਆਂ ਨਾਲ ਉੱਡਦੇ ਹੋਏ। ਮਹਾਰਾਜ ਨੇ ਆਖਿਆ ਭਾਈ ਦਇਆ ਸਿੰਘ ਜੀ ਜਰਨੈਲ ਮੈਦਾਨ ਵਿੱਚ ਸਾਨੂੰ ਯਾਦ ਕਰ ਰਿਹਾ
ਨੀਲੇ ਨੂੰ ਸ਼ਿੰਗਾਰ ਕੇ ਲਿਆਂਦਾ ਜਾਵੇ। ਲੋ ਨੀਲਾ ਸ਼ਿੰਗਾਰ ਕੇ ਲੈ ਕੇ ਆ ਗਏ ਨੇ। ਮਹਾਰਾਜ ਨੇ ਫੌਜੀ ਬਾਣਾ ਪਹਿਨਿਆ, ਸ਼ਾਸਤਰ ਸਜਾਏ, ਨੂਰੀ ਕਲਗੀ ਲਾਈ, ਅੱਜ ਜੰਗ ਦੀ ਕਮਾਨ ਵਾਸਤੇ ਮੈਦਾਨ ਵਿੱਚ ਆਪ ਚੱਲੇ ਨੇ। ਪਰ ਸਭ ਤੋਂ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਹਜੂਰ ਨੇ ਬੇਨਤੀ ਕੀਤੀ। ਕਿਹੜੀ ਕੀਤੀ? हे रब, हे सास, हे करना नित, मेरी अब यह बिनती सुन लीजै। और न मांगत हो तुम ते कछ, चाहत हो चित में सोई कीजै। शास्त्र से अंत ही रण भीतर, जूझ मरु तो साच भतीजै। संत सहाय सदा जग माहे, कृपा कर श्याम, यह भर दीजै। पढ़िया दोरा दे शिवा बर मोए, यह शुभ कर्मन ते कबू न करूं, न डरूं अरसों जब जाए लरूं। निश्चय कर अपनी जीत करूं, और सिख अपने ही मन को, ए लात हो कौन तो चरूं। जब आप की ओद निदान बने, अत ही रण में तब यूं मरूं। मार के पलाकी हो गए कुर्ते सवार, खिचियां मांगा लाई अड्डी, आके मैदान विच भाई जरनैल सैद खान नूं वंगार के कलगीधर पिता तो गल्लां कर उड़वाई।
ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ ਹਾਂਜੀ ਹਾਂ ਵਰਤੀਆਂ ਉਹ ਜਰਨੈਲ ਜਿਹੜਾ ਕੁਰਾਨ ਦੀ ਕਸਮ ਖਾ ਕੇ ਆਇਆ ਸੀ, ਪਰ ਜਦੋਂ ਕਲਗੀਧਰ ਪਿਤਾ ਦੇ ਦਰਸ਼ਨ ਕੀਤੇ ਇੱਕ ਵੀ ਵਾਰ ਨਹੀਂ ਕਰ ਸਕਿਆ। ਅੱਖਾਂ ਝੁੱਗੀਆਂ, ਪਰ ਉਧਰ ਵੱਡੀ ਭੈਣ ਉਹ ਵੀ ਅਰਦਾਸਾਂ ਕਰ ਰਹੀ ਸੀ ਸਤਿਗੁਰਾਂ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਮੇਰੇ ਵੀਰ ਨੂੰ ਜੇ ਮਾਰਨਾ ਏ ਤਲਵਾਰ ਦੇ ਵਾਰ ਨਾਲ ਨਾ ਮਾਰਿਓ, ਇਹਨੂੰ ਜੇ ਮਾਰਨਾ ਏ ਤੇ ਨੈਣਾ ਦੇ ਵਾਰ ਦੇ ਨਾਲ ਮਾਰ ਦਿਓ। ਇਹਦੀ ਅਰਦਾਸ ਪ੍ਰਵਾਨ ਹੋ ਗਈ। खुदा मंजूर करता है दुआ जब दिल से होती है, मगर मुश्किल तो जे बड़ी मुश्किल से होती है। महाराज ने नदर भर के तकिया, नानक नदरी नदर निहाल कर दिता। महाराज कह लगे जरनैल तेरे दिल विच कोई अरमान न रहे, वार कर सकदा है ते पर जदों हजूर दे चेहरे वल तकदा मन अंदरों आवाज उड़दी, ओ जरनैल सैदका की खुदा दे उत्ते भी कोई वार कर सकदा है। नैना झात नैना नू मारी, नैन च पै गए नैन, नैन नैना नू मुड़ मुड़ तकन, नैन नैना दियां सहन, नैन नैना तो दूर जे होवन रहन ना लगदे नैन, नैन सबर तद करदे संगते जे नैना विच पैण। भैन दियां गल्लां कईयां होईयां याद आ गईयां, घोड़े तो उतरिया, सतगुरां दे चरण हंझूआं दे नाल धो दिते, महाराज दे चरनां उत्ते बैठा पश्चाताप कर रहा सी। कहण लगा महाराज मैनू भी सजाद बेग वांग अपना सिख बना लो, 1 मिनट का शेर कह के फतेह बुला देनी है। महाराज ने आख्या जरनैल सैद खां जे तलवार लैके आया सी ते तेरा टाकरा तलवार दे नाल करन वास्ते तैयार आ, जे तू प्यार लैके आया ते प्यार भी तेनू कई हजार गुणा करांगे। खैर लिखदा भी महाराज दे चरनां दे विच सैद खां बैठा, जरनैल रो रहा सी। उस समय दा सीन है, कहंदा देख साहब नू सीना ठरिया, रजियां भुखियां अखां, ए कोई जोत इलाही रब्बा, देखे बंदे लखां, सामने दिसन निशानियां ओही जो सन भैन ने दसियां, दर्शन करके डिगियां हाथों तीर कमाना कसियां, पलक झलक विच कटे गए 2 नैना दे फुले, बख्शो बख्शो दाता मैनू नानक घर के गोले, कलयुग ठग ने जाल तान लिया, कर दो मोह दियां रसियां, दर्शन करके डिगियां हाथों तीर कमाना कसियां। कहंदा मेरी आत्मा उजड़ हो गई, हो गया ज्ञान उजाला, पा दे खैर खुदा दी मैनू तू है अल्लाह ताला, देवो ज्ञान ते रहम करो जी दिली कामना नसियां, दर्शन करके डिगियां हाथों तीर कमाना कसियां। कहंदा हिक ना लाला नूरी दाता, मैं हां बड़ा हंकारी, पत्थर रोक मरदाना रखिया ते तारिया वली कंधारी, देवो ज्ञान ते रहम करो जी दिली कामना नसियां, दर्शन करके डिगियां हाथों तीर कमाना कसियां। कहंदा भुले नू लड़ लाला दाता, यार पीर तू बाबा, उवें मेरे करम फेर दे जिवें फेरिया काबा, कृपा करके कड्डो अब्बा, मोह विच रूहां फसियां, दर्शन करके डिगियां हाथों तीर कमाना कसियां। आ पईया खंजर खूनी, देवो तवस्वी मारा, मैं खाने चों पिया दे साकी अमृत दा एक प्याला, दुनिया भौ भौ थकिया पंछी तुर तुर तलियां कसियां, दर्शन करके डिगियां हाथों तीर कमाना कसियां। महाराज ने इनू मोढे तो फड़ के उठाया ते घुट के अपनी छाती दे नाल ला लिया। ओ जरनैल तो एक साधु बना दिता, ओहो ही दृष्टि नजर एक वैरागी साह ते कीती ते उहनू जरनैल बना दिता। ओ कलगीधर पिता खुद खुदा ने 10वें पातशाह दी पवित्र कमाई दा ध्यान धर के गज वज के आखो जी सतनाम श्री वाहिगुरू। समुचियां सिख संगतां दा धन्नवाद है जिन्हां ने बड़ा प्यार दा सबूत दिता और माया दे के भी नवाजिया है। साडे मित्रां दी दुनिया विचों सरदार मनजीत सिंह जी बसरा साहब, होर समुचियां संगतां, प्रबंधक कमेटी, ज्ञानी जी जो खुद बड़े विद्वान ने, गुरु घर विखे कीर्तन करते हैं, उन्हां वल्लों भी असीसां आईयां ने। धन्नवाद है समुचियां सिख संगतां दा, मावां दा, भैणां दा, बजुर्गां दा, वीरां दा तह दिलों शुक्रगुजार हाँ। कोटन कोटन वारी धन्नवाद धन धन श्री गुरु ग्रंथ साहिब जी महाराज दा, जिस दी छत्र छाह हेठ इतिहास के कुछ वरके आप जी दे नाल सांझे कीते। और ये सेवक ढाडी जथा
ਜੋ 4 ਦਿਨ ਤੋਂ ਆਪ ਜੀ ਦੀ ਸੇਵਾ ਕਰਦਾ ਆ ਰਿਹਾ। ਸਰੰਗੀ ਵਾਦਕ ਗਿਆਨੀ ਸੀਤਲ ਸਿੰਘ ਜੀ ਸੀਤਲ ਨਵਾਂ ਠੱਟਾ ਜ਼ਿਲ੍ਹਾ ਕਪੂਰਥਲੇ ਤੋਂ ਨੇ। ਸੱਜੇ ਬੰਨੇ ਧੜ ਤੇ ਸਾਥ ਦੇ ਰਹੇ ਸਨ ਗਿਆਨੀ ਗੁਰਜੀਤ ਸਿੰਘ ਜੀ ਗੌਰੀ ਪਿੰਡ ਜਾਂਗਲਾ ਜ਼ਿਲ੍ਹਾ ਕਪੂਰਥਲਾ, ਔਰ ਖੱਬੇ ਬੰਨੇ ਜੋ ਧੜ ਤੇ ਸਾਥ ਦੇ ਰਹੇ ਸਨ ਗਿਆਨੀ ਕਰਮ ਸਿੰਘ ਜੀ ਤਾਲਬ ਨਵਾਂ ਪਿੰਡ ਦੋਨੇਵਾਲ ਨਜ਼ਦੀਕ ਲੋਹੀਆਂ ਜ਼ਿਲ੍ਹਾ ਜਲੰਧਰ। ਦਾਸ ਹਰਨੇਕ ਸਿੰਘ ਬੁਲੰਦਾ ਪਿੰਡ ਤੇ ਡਾਕਖਾਨਾ ਬੁਲੰਦਾ ਤਹਿਸੀਲ ਨਕੋਦਰ ਡਿਸਟ੍ਰਿਕਟ ਜਲੰਧਰ। ਹੁਣ ਢਾਡੀ ਜਥਾ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰੇਗਾ। ਸਮੁੱਚੀਆਂ ਸਿੱਖ ਸੰਗਤਾਂ ਨੇ ਮਨ ਜੋੜ ਕੇ ਸੁਣਨ ਦਾ ਯਤਨ ਕਰਨਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦਿਓ, ਪਿਆਰ ਦਾ ਸਬੂਤ, ਗੱਜ ਵੱਜ ਕੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਮੰਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਆ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੋਚੇ ਸਾਹਿਬਾ ਕਿਉਂ ਨਹੀਂ ਕਰਤੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਨੂੰ ਵਸਿਆ ਬਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਉਂ ਨਹੀਂ ਕਰਤੇ ਸੱਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕੈ ਸ਼ਾਦ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ। ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਦਕਾਰ ਸੁਭਾਗੇ ਕਰ ਸੁਭਾਗੇ ਸ਼ਬਦ ਬਾਜੇ ਕਲੋ ਜਿਤ ਕਰ ਤੋਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲੋਕ। ਨਾਨਕ ਤੈ ਸੁਖ ਹੋਵਾ ਸਤ ਕਰ ਅਨਾਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਹਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਭੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨ ਮੰਤ ਨਾਨਕ ਗੁਰ ਚਾਰਨ ਲਾਗੇ ਬਾਜੇ ਅਨਹਦ ਦੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੋਤ। ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ। ਚੰਗਿਆਈਆਂ ਬੁਰੀਆਈਆਂ ਬਚੇ ਧਰਮ ਹਦੂਰ। ਆਪੋ ਆਪਣੀ ਕੇ ਨੇੜੇ ਕੇ ਦੂਰ। ਜਿੰਨੀ ਨਾਮਤ ਆਇਆ ਕੈ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।